सतगुर तबै शस्त्र बस्त्र को पाए। अलंकार दीपत रतन सुंदर रूप सुहाए। भई परात सतगुर तबै शस्त्र बस्त्र को पाए। अलंकार दीपत रतन सुंदर रूप सुहाए। वाहिगुरु जी का खालसा वाहिगुरु जी की फतेह। परम सन्मानयोग सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਦੀ ਕਿਰਪਾ ਮਿਹਰਾਮਤ ਦਾ ਸਦਕਾ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਉੱਪਰ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਅੱਜ ਦੇ ਇਹ ਵਿਸ਼ੇਸ਼ ਦੀਵਾਨ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ, ਤਿੰਨਾਂ ਮਹਾਂਪੁਰਖਾਂ ਨੇ ਜੋ ਪਾਵਨ ਗੁਰਮਤਿ ਦੇ ਪ੍ਰਚਾਰ ਹਿੱਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਹਿੱਤ ਲੜੀ ਪ੍ਰਾਰੰਭ ਕੀਤੀ ਸੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ। ਉਸੇ ਹੀ ਲੜੀ ਤਹਿਤ ਅੱਜ 29ਵੇਂ ਗੁਰਮਤਿ ਸੰਗੀਤ ਸੰਮੇਲਨ ਦੇ ਇਹਨਾਂ ਮਹਾਨ ਸਮਾਗਮਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਜੋ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਕਿਰਪਾ ਸਦਕਾ ਉਸ ਪਰਪਾਟੀ ਨੂੰ ਬਾਖੂਬੀ ਢੰਗ ਦੇ ਨਾਲ ਅੱਗੇ ਤੋਰ ਰਹੇ ਹਨ। ਆਓ ਇਸੇ ਲੜੀ ਦੇ ਅਧੀਨ ਜੋ ਪਾਵਨ ਅਸਥਾਨ ਦੀ ਮਰਿਆਦਾ ਹੈ ਕਿ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਆਪ ਸਮੂਹ ਮਾਈ ਭਾਈ ਸੰਗਤ ਪਿਆਰ ਸਹਿਤ ਜੁੜ ਕੇ ਸਰਵਣ ਕਰਦੇ ਹੋ। ਉਸੇ ਪਾਵਨ ਪਵਿੱਤਰ ਇਤਿਹਾਸ ਦੀ ਲੜੀ ਨੂੰ ਅੱਜ ਅੱਗੇ ਵਾਚਿਆ ਜਾਵੇ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਪਾਵਨ ਪ੍ਰਸੰਗ ਨੂੰ ਇੱਥੋਂ ਤੱਕ ਸਰਵਣ ਕੀਤਾ ਸੀ ਕਿ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੜ੍ਹਾਈ, ਉਹਨਾਂ ਦੀ ਹਿੰਦੁਸਤਾਨ ਦੀ ਇਸ ਧਰਤੀ ਦੇ ਉੱਪਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਖਾਲਸੇ ਦੀ ਚੜ੍ਹਤ ਵੇਖ ਕਰਕੇ, ਜਾਹੋ ਜਲਾਲ ਵੇਖ ਕਰਕੇ, ਜੋ ਉਸ ਵੇਲੇ ਦੇ ਰਿਆਸੀ ਰਿਆਇਤਾਂ ਦੇ ਮਾਲਕ ਸਨ, ਰਾਜੇ ਸਨ, ਉਹਨਾਂ ਨੂੰ ਇਹ ਵਾਰਤਾ ਬੜੀ ਚੁੱਭਦੀ ਸੀ। ਆਪੋ ਆਪਣੇ ਯਤਨਾਂ ਦੇ ਨਾਲ ਉਹਨਾਂ ਸਤਿਗੁਰੂ ਜੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਧਮਕੀਆਂ ਭਰੇ ਸ਼ਬਦ ਪੱਤਰ ਵੀ ਭੇਜੇ, ਪਰ ਜਦੋਂ ਵੀ ਆਏ ਉਹਨਾਂ ਨੂੰ ਗੁਰੂ ਸਾਹਿਬ ਦੇ ਕੋਲੋਂ ਮੂੰਹ ਦੀ ਖਾਣੀ ਪਈ। ਅਖੀਰ ਉਹ 22 ਧਾਰ ਦੇ ਰਾਜੇ, ਰਿਆਸਤਾਂ ਦੇ ਮਾਲਕ ਇੱਕ ਮੁੱਠ ਹੋ ਕਰਕੇ ਉਹਨਾਂ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਿ ਅਸੀਂ ਤੁਹਾਡੀ ਸਲਤਨਤ ਦੇ ਵਿੱਚ ਰਾਜ ਕਰਦੇ ਹਾਂ, ਤੁਹਾਡੀ ਰਹਿਨੁਮਾਈ ਹੇਠ ਆਪਣੀਆਂ ਰਿਆਸਤਾਂ ਚਲਾਉਂਦੇ ਹਾਂ, ਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਚੜ੍ਹਤ ਨੂੰ ਨਾ ਰੋਕਿਆ ਤੇ ਸਾਡੀਆਂ ਰਿਆਸਤਾਂ ਤੇ ਮੁੱਕ ਜਾਣਗੀਆਂ ਤੇ ਨਾਲ ਇਹ ਦਿੱਲੀ ਦਾ ਤਖਤ ਵੀ ਨਹੀਂ ਰਹਿਣਾ। ਇਸ ਕਰਕੇ ਸਾਡੀ ਮਦਦ ਕਰੋ, ਸਾਡੀਆਂ ਰਿਆਸਤਾਂ ਬਚਾਓ ਤੇ ਆਪਣਾ ਰਾਜ ਭਾਗ ਬਚਾਓ। ਇਹ ਚਿੱਠੀ 22 ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਨੂੰ ਲਿਖੀ, ਜੋ ਉਸ ਵਕਤ ਦੱਖਣ ਦੀ ਮੁਹਿੰਮ ਨੂੰ ਫਤਿਹ ਕਰਨ ਵਾਸਤੇ ਦੱਖਣ ਵਾਲੇ ਪਾਸੇ ਵਿਚਰ ਰਿਹਾ ਸੀ। ਇੱਧਰ ਬਾਦਸ਼ਾਹ ਦੇ ਪਾਸ ਪੱਤਰ ਪਹੁੰਚਦਾ ਹੈ। ਉਸ ਪੱਤਰ ਦਾ ਬਾਦਸ਼ਾਹ ਦੇ ਉੱਪਰ ਕੀ ਅਸਰ ਹੁੰਦਾ ਹੈ, ਉਹ ਪ੍ਰਸੰਗ ਤੇ ਨਾਲ ਹੀ ਨਾਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ
ਨਦਰੇ ਰਹਿਮਤ ਸੰਗਤਾਂ ਪਰ ਕਰ ਰਹੇ ਨੇ। ਆਉਣ ਵਾਲੇ ਰਾਹਗੀਰ ਦੂਰ ਦੁਰਾਡੇ ਦੇ ਵਪਾਰੀ ਵੀ ਆ ਕਰਕੇ ਸਤਿਗੁਰਾਂ ਤੋਂ ਰਹਿਮਤਾਂ ਪ੍ਰਾਪਤ ਕਰਦੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਿਨ ਚਰਚਾ, ਦਿਨ ਕਿਰਿਆ ਵੇਖ ਕਰਕੇ, ਸੰਗਤ ਦਾ, ਖਾਲਸੇ ਦਾ ਜਾਹੋ ਜਲਾਲ ਵੇਖ ਕਰਕੇ ਕਿਵੇਂ ਦੂਰ ਦੁਰਾਡੇ ਦੇ ਲੋਕ ਤੇ ਅਨਮਤ ਦੇ ਪ੍ਰਭਾਵ ਹੇਠ ਰਹਿਣ ਵਾਲੇ ਲੋਕ ਵੀ ਕਿਵੇਂ ਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਦੇ ਨੇ। ਸੰਗਤਾਂ ਨੂੰ ਕੀ ਕੀ ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਇਹ ਪਾਵਨ ਪਵਿੱਤਰ ਇਤਿਹਾਸ ਆਪਾਂ ਅੱਜ ਸਰਵਨ ਕਰਨਾ ਹੈ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਪਿਆਰ ਸਹਿਤ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਭਈ ਪ੍ਰਾਤ ਸਤਿਗੁਰ ਤਬੈ ਸ਼ਸਤਰ ਬਸਤਰ ਕਉ ਪਾਏ। ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸੁਹਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਪ੍ਰਭਾਤ ਦਾ ਵੇਲਾ ਹੋਇਆ, ਭਾਵ ਦਿਨ ਚੜਿਆ ਹੈ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚ ਇਸ਼ਨਾਨ ਇਤਾਦਿ ਕਰ ਨਿਜ ਰੂਪ ਵਿੱਚ ਜੁੜਨ ਤੋਂ ਬਾਅਦ ਉਪਰੰਤ ਜੋ ਦਤਾਰ ਪਿਤਾ ਮਹਾਰਾਜ ਜੀ ਆਪਣੇ ਪਾਵਨ ਮੁਬਾਰਕ ਤਖਤ ਉੱਪਰ ਸੁਭਾਏਮਾਨ ਹੁੰਦੇ ਸਨ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ, ਸੰਗਤਾਂ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਮਾਂ ਕਵੀ ਜੀ ਕਹਿੰਦੇ ਨੇ ਕਿ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਤਨ ਤੇ ਬਸਤਰ ਤੇ ਸ਼ਸਤਰ ਸਜਾਏ ਨੇ, ਭਾਵ ਸੁੰਦਰ ਜਾਮਾ ਪਾਇਆ ਹੈ। ਫਿਰ ਉਸ ਜਾਮੇ ਦੇ ਉੱਪਰ ਸੁੰਦਰ ਬਹੁ ਕੀਮਤੀ ਸ਼ਸਤਰ ਸਜਾਏ ਹਨ, ਅਲੰਕਾਰ ਦੀਪਕ ਰਤਨ। ਉਸ ਤੋਂ ਬਾਅਦ ਜੋ ਰਾਜਸੀ ਠਾਠ ਬਾਠ ਦਾ ਪ੍ਰਤੀਕ ਹਨ, ਸੁੰਦਰ ਦਤਾਰ ਪਿਤਾ ਮਹਾਰਾਜ ਨੇ ਅਲੰਕਾਰ ਜੋ ਰਾਜਿਆਂ ਵਰਗੇ, ਜੋ ਰਾਜੇ ਗਹਿਣੇ ਪਾਉਂਦੇ ਹੁੰਦੇ ਸਨ, ਮਰਦਾਈ ਗਹਿਣੇ, ਇੱਕ ਜਨਾਨਾ ਗਹਿਣਾ ਹੁੰਦਾ ਹੈ, ਇੱਕ ਮਰਦਾਂ ਦੇ ਗਹਿਣੇ ਵੀ ਹੁੰਦੇ। ਪੁਰਾਤਨ ਸਮਿਆਂ ਅੰਦਰ ਰਾਜੇ ਮਹਾਰਾਜੇ ਚੌਧਰੀ ਸਿਕਦਾਰ ਪਾਉਂਦੇ ਰਹੇ ਨੇ। ਉਹ ਤਰ੍ਹਾਂ ਦੇ ਗਹਿਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਤਨ ਤੇ ਸਜਾਉਂਦੇ ਹਨ। ਚਉਪਈ ਸਭਾ ਸਥਾਨ ਆਨ ਗੁਰ ਪੂਰੇ। ਸੁਨ ਕਰ ਪਹੁੰਚੇ ਸਿੰਘ ਹਜ਼ੂਰੇ। ਇਸ ਤਰ੍ਹਾਂ ਸ਼ਸਤਰ ਵਸਤਰ ਸਜਾ ਕਰਕੇ ਦਤਾਰ ਪਿਤਾ ਮਹਾਰਾਜ ਜੀ ਸਭਾ ਸਥਾਨ ਤੇ, ਜਿੱਥੇ ਖਾਲਸੇ ਦੀ ਸਭਾ ਲੱਗਦੀ ਸੀ, ਸਿੱਖਾਂ ਦੀ ਸਭਾ ਲੱਗਦੀ ਸੀ, ਤਖਤ ਸਤਿਗੁਰਾਂ ਦਾ ਲੱਗਦਾ ਸੀ, ਉਸ ਪਾਵਨ ਪਵਿੱਤਰ ਅਸਥਾਨ ਤੇ ਆ ਕਰਕੇ ਬਿਰਾਜਮਾਨ ਹੁੰਦੇ ਨੇ। ਜਿਉਂ ਹੀ ਸਾਰੀ ਸੰਗਤ ਨੂੰ, ਸਤਿਗੁਰ ਜੀ ਦੇ ਸਿੱਖਾਂ ਨੂੰ ਪਤਾ ਲੱਗਦਾ ਹੈ, ਸਾਰੇ ਬੜੀ ਸ਼ਿਗਰਤਾ ਦੇ ਨਾਲ ਉਸ ਸਭਾ ਅਸਥਾਨ ਵੱਲ ਪੁੱਜਦੇ ਹਨ। ਸਿਰ ਨਮਰੀ ਕਰ ਦਰਸ਼ਨ ਚਿਤੇ। ਵਾਹਿਗੁਰੂ ਜੀ ਕੀ ਕਹਿ ਫਤਿਹ। ਜੋ ਵੀ ਪ੍ਰਾਣੀ, ਜੋ ਵੀ ਸਰੀਰ ਹੁਣ ਸਤਿਗੁਰਾਂ ਦੇ ਪਾਸ ਆਉਂਦਾ ਹੈ, ਬੜੀ ਅਧੀਨਗੀ ਦੇ ਨਾਲ, ਬੜੇ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ, ਅਦਬ ਸਹਿਤ ਆਪਣਾ ਸੀਸ ਝੁਕਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਬੁਲਾਉਂਦਾ ਹੈ। ਦਤਾਰ ਪਿਤਾ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਜੋ ਵੀ ਪ੍ਰਾਣੀ ਦਰਸ਼ਨ ਕਰਦਾ ਹੈ, ਉਹ ਬੜੇ ਪ੍ਰੇਮ ਦੇ ਨਾਲ ਝੁਕ ਕੇ ਪਿਆਰ ਸਹਿਤ ਸਤਿਗੁਰਾਂ ਨੂੰ ਫਤਿਹ ਬੁਲਾਉਂਦਾ ਹੈ। ਲਗਿਓ ਦੀਵਾਨ ਖਾਲਸਾ ਆਇਓ। ਸੁਰਗਣ ਮਹਿ ਜਿਮ ਇੰਦਰ ਸੁਹਾਇਓ। ਅੰਮ੍ਰਿਤ ਵੇਲੇ ਦਾ ਦੀਵਾਨ ਲੱਗਿਆ, ਗੁਰੂ ਕੇ ਖਾਲਸੇ ਪਿਆਰ ਸਹਿਤ ਉਸ ਦੀਵਾਨ ਦੇ ਅੰਦਰ, ਉਸ ਸਭਾ ਦੇ ਅੰਦਰ ਬੈਠਦੇ ਹਨ ਤੇ ਉਹ ਸਭਾ ਇਸ ਤਰ੍ਹਾਂ ਸ਼ੋਭਦੀ ਹੈ। ਮਾਂ ਕਵੀ ਜੀ ਕਹਿੰਦੇ ਮਾਨੋ ਜਿਵੇਂ ਸਵਰਗਾਂ ਦੇ ਅੰਦਰ ਇੰਦਰ ਸ਼ੋਭਦਾ ਹੈ ਨਾ, ਤੇ ਇੰਦਰ ਦੇ ਜਿਹੜੇ ਗਣ ਨੇ, ਦੇਵਤੇ ਨੇ, ਉਹ ਸ਼ੋਭਾ ਪਾਉਂਦੇ ਨੇ। ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਗਰੀ ਵਿੱਚ ਇਸ ਤਰ੍ਹਾਂ ਦਾ ਸਭਾ ਬਣੀ ਹੋਈ ਹੈ, ਸੁੰਦਰ ਉਹਦਾ ਰੂਪ ਰੰਗ ਬਣਿਆ ਹੋਇਆ ਹੈ। ਜੋ ਸੰਗਤ ਦਰਸ਼ਨ ਹਿਤ ਆਈ। ਕਰ ਕਰ ਨਮੋ ਥਿਰੇ ਸਮੁਦਾਈ। ਜੋ ਵੀ ਸੰਗਤ ਆ ਕਰਕੇ ਦਰਸ਼ਨ ਪ੍ਰਾਪਤ ਕਰਦੀ ਹੈ, ਫਤਿਹ ਬੁਲਾ ਪਿਆਰ ਸਹਿਤ ਆਪਣਾ ਅਸਥਾਨ ਗ੍ਰਹਿਣ ਕਰਦੀ ਹੈ ਤੇ ਬੈਠ ਜਾਂਦੀ ਹੈ। ਇਕ ਟਕ ਹੇਰਤ ਹੈ ਨਰ ਨਾਰੀ।
ਸਿਰ ਪਰ ਢੁਰਹੇ ਚੌਰ ਬਹੁ ਬਾਰੀ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦਾ ਜਲਾਲ ਐਸਾ ਹੈ, ਨੂਰ ਐਸਾ ਹੈ ਕਿ ਗੁਰੂ ਕੀ ਪਿਆਰ ਵਾਲੀ, ਸ਼ਰਧਾ ਭਾਵਨਾ ਵਾਲੀ ਜੋ ਵੀ ਸੰਗਤ ਆਉਂਦੀ ਹੈ, ਸਿੱਖ ਆਉਂਦਾ ਹੈ, ਉਹ ਸਤਿਗੁਰੂ ਜੀ ਦਾ ਚਿਹਰਾ ਤੱਕਦਾ ਹੈ, ਪਿਆਰ ਸਹਿਤ ਸਤਿਗੁਰੂ ਜੀ ਦੇ ਮੁਖੜੇ ਨੂੰ ਦੇਖਦਾ ਹੈ। ਤੇ ਸਤਿਗੁਰਾਂ ਦੇ ਤਖਤ ਦੀ ਸ਼ੋਭਾ ਵੀ ਬਾ ਕਮਾਲ ਹੈ, ਬੜਾ ਸੁੰਦਰ ਤਖਤ ਹੈ, ਉਸ ਉੱਪਰ ਸਤਿਗੁਰੂ ਜੀ ਵਿਰਾਜਮਾਨ ਹਨ। ਗੁਰੂ ਸਾਹਿਬ ਜੀ ਦੇ ਹਜ਼ੂਰੀ ਸਿੱਖ ਦਤਾਰ ਪਿਤਾ ਮਹਾਰਾਜ ਜੀ ਨੂੰ ਚੌਰ ਢੁਲਾ ਰਹੇ ਹਨ। ਚਾਹੋਂ ਦੇਸ਼ ਦੂਰ ਦੂਰ ਲਗ ਬੈਸੇ, ਉੱਚੇ ਧੁਨ ਬੋਲੇ ਪ੍ਰਭ ਐਸੇ। ਦੂਰ ਦੂਰ ਤੱਕ ਸੰਗਤ ਬੈਠੀ ਸੀ, ਦੀਵਾਨ ਲੱਗਾ ਹੋਇਆ, ਸਭਾ ਲੱਗੀ ਹੋਈ ਹੈ ਸਤਿਗੁਰੂ ਜੀ ਦੀ। ਆ ਕਰਕੇ ਹਰ ਕੋਈ ਸਿੱਖ ਆਪਣੀ ਫਰਿਆਦ, ਆਪਣੀ ਮੁਰਾਦ ਸਤਿਗੁਰਾਂ ਦੇ ਪਾਸ ਮੁਰਾਦ ਰੱਖਦਾ ਹੈ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਮਿਲਦੇ ਨੇ। ਇਸ ਤਰ੍ਹਾਂ ਕੁਝ ਸਮਾਂ ਜਦੋਂ ਮਿਲਦਿਆਂ ਹੋ ਗਿਆ, ਸਾਰੀ ਸੰਗਤ ਬੈਠ ਗਈ, ਜੁੜ ਗਈ। ਤੇ ਉਸ ਵਕਤ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਮੁਖਾਤਿਬ ਹੋ ਕਰਕੇ ਕਹਿਣ ਲੱਗੇ, ਆਸ ਇਸਤਰੀ ਕਉ ਸੰਗਤ ਮਾਹੀ, ਮਰਦ ਨਹੀਂ ਫਿਟਕਾਰਿਓ ਜਾਹੀ। ਜਿਸ ਪਾਸੇ ਬੀਬੀਆਂ ਬੈਠੀਆਂ ਸਨ, ਔਰਤਾਂ ਬੈਠੀਆਂ ਸਨ, ਉਸ ਪਾਸੇ ਨੂੰ ਸਤਿਗੁਰੂ ਜੀ ਨੇ ਆਪਣਾ ਮੁਖੜਾ ਕੀਤਾ ਤੇ ਉੱਚੀ ਧੁਨ ਦੇ ਨਾਲ ਇਹ ਆਵਾਜ਼ ਮਾਰੀ ਵੀ ਸੰਗਤ ਦੇ ਵਿੱਚ ਕੋਈ ਐਸੀ ਬੀਬੀ ਭੈਣ ਬੈਠੀ ਹੋਵੇ ਜਿਸ ਨੇ ਅੱਜ ਤੱਕ ਕਦੇ ਕਿਸੇ ਮਰਦ ਦਾ, ਕਿਸੇ ਮਨੁੱਖ ਦਾ ਮੂੰਹ ਨਾ ਫਿਟਕਾਰਿਆ, ਭਾਵ ਆਪਣੀ ਰਸਨਾ ਤੋਂ ਕਦੀ ਮਾੜਾ ਨਾ ਆਖਿਆ ਹੋਵੇ। ਛੋਟਾ ਵੱਡਾ ਹੋਏ ਬය ਕੋਈ, ਹਿਰਦੈ ਸੁਮਤ ਧਰ ਕਹਿਓ ਨਾ ਜੋਈ। ਭਾਵੇਂ ਕੋਈ ਛੋਟਾ ਹੋਵੇ, ਭਾਵੇਂ ਕੋਈ ਵੱਡਾ ਹੋਵੇ, ਭਾਵ ਬੱਚੇ ਤੋਂ ਲੈ ਕਰਕੇ ਵੱਡੇ ਤੱਕ ਦੇ ਮਰਦ ਨੂੰ ਵੀ ਕਦੇ ਕਿਸੇ ਇਸਤਰੀ ਨੇ ਆਪਣੇ ਮੂੰਹ ਤੋਂ ਫਿਟਕਾਰ ਨਾ ਮਾਰੀ ਹੋਵੇ। ਐਸੀ ਕੋਈ ਔਰਤ, ਐਸੀ ਕੋਈ ਬੀਬੀ ਇਸ ਸਭਾ ਵਿੱਚ, ਇਸ ਦੀਵਾਨ ਵਿੱਚ ਬੈਠੀ ਹੈ। ਸੰਗਤ ਬਿਖੈ ਸਿੱਖਣੀ ਜੇਤੀ, ਗੁਰੂ ਬਾਕ ਸੁਣ ਤੂਸ਼ਣ ਤੇਤੀ। ਮਾਂ ਕਵੀ ਜੀ ਆਖਦੇ ਵੀ ਜਿਤਨੀਆਂ ਵੀ ਸੰਗਤ ਦੇ ਵਿੱਚ ਸਿੰਘਣੀਆਂ ਬੈਠੀਆਂ ਸਨ, ਔਰਤਾਂ ਬੈਠੀਆਂ ਸਨ, ਬੀਬੀਆਂ ਬੈਠੀਆਂ ਸਨ, ਸਤਿਗੁਰੂ ਜੀ ਦੇ ਬਚਨ ਨੂੰ ਸੁਣ ਕਰਕੇ ਗੁਰਦੇਵ ਜੀ ਦੇ ਨੂੰ ਸਾਰੀਆਂ ਤੂਸ਼ਣ, ਤੂਸ਼ਣ ਦਾ ਅਰਥ ਹੁੰਦਾ ਚੁੱਪ ਕਰ ਜਾਣਾ, ਭਾਵ ਉਹਨਾਂ ਦੇ ਮੁਖ ਚੁੱਪ ਜੁੜ ਗਏ, ਉਹਨਾਂ ਦੀਆਂ ਗਰਦਨਾਂ ਝੁਕ ਗਈਆਂ। ਗੁਰਦੇਵ ਜੀ ਦਾ ਬਚਨ ਸੁਣ ਕਰਕੇ ਸਾਰੀਆਂ ਬੀਬੀਆਂ ਬਿਲਕੁਲ ਚੁੱਪ ਹੋ ਗਈਆਂ, ਤੂਸ਼ਣ ਹੋ ਗਈਆਂ। ਕਰ ਜੋਰੇ ਇੱਕ ਸਿੱਖ ਕੀ ਤਨੀਆਂ, ਖਰੀ ਹੋਏ ਸਭ ਮਹਿ ਬਚ ਭਣੀਆਂ। ਕਹਿਣ ਲੱਗੇ ਉਸ ਸਮੇਂ ਖਿੰਨ ਮਾਤਰ ਦਾ ਸਮੇਂ ਇੱਕ ਵਾਰੀ ਸੁਣ ਵਰਤ ਗਈ, ਕਿਉਂਕਿ ਅਕਸਰ ਭਾਵਾਂ ਕੀ ਔਰਤ, ਬੀਬੀ, ਭੈਣ ਹੋ ਸਕਦਾ ਹੈ ਆਪਣੇ ਵੱਡੇ ਭਰਾ ਨੂੰ, ਛੋਟੇ ਭਰਾ ਨੂੰ, ਜਾਂ ਆਪਣੇ ਕੰਤ ਨੂੰ, ਆਪਣੇ ਬਾਪ ਨੂੰ ਤਾਂ ਨਹੀਂ ਉਹ ਮਾੜਾ ਸ਼ਬਦ ਬੋਲ ਸਕਦੀ, ਪਰ ਕਈ ਵਾਰੀ ਮਾਂ ਰੂਪ ਦੇ ਅੰਦਰ ਆਪਣੇ ਗੋਦੀ ਵਿੱਚ ਖੇਡਦੇ ਬਾਲ, ਛੋਟੇ ਬੱਚਿਆਂ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ ਵੀ ਮੂੰਹ ਫਿਟਕਾਰਿਆ ਜਾਂਦਾ ਹੈ। ਇਸ ਤਰ੍ਹਾਂ ਦੇ ਸ਼ਬਦ ਬੀਬੀ, ਭੈਣ ਅਕਸਰ ਛੋਟੇ ਬੱਚਿਆਂ ਲਈ ਇਹ ਸ਼ਬਦ ਵਰਤ ਦਿੱਤੇ ਜਾਂਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਵੇਂ ਕੋਈ ਛੋਟਾ ਸੀ, ਬੱਚੇ ਰੂਪ ਵਿੱਚ ਵੀ ਮਰਦ ਹੋਵੇ ਤੇ ਭਾਵੇਂ ਵੱਡੀ ਉਮਰ ਦਾ ਵੀ ਹੋਵੇ, ਅੱਜ ਤੱਕ ਕੋਈ ਬੀਬੀ ਐਸੀ ਹੋਵੇ ਜਿਨੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ। ਪਰ ਜ਼ਿਆਦਾਤਰ ਔਰਤਾਂ, ਬੀਬੀਆਂ ਉਹ ਸਨ ਕਿ ਬੱਚੇ ਦੇ ਉਮਰ ਦੇ, ਜਿਨ੍ਹਾਂ ਦੇ ਬਾਲਕ ਜਦੋਂ ਹੁੰਦੇ ਸਨ, ਉਹ ਕਦੀ ਨਾ ਕਦਾਈ ਜ਼ੁਬਾਨ ਦੇ ਵਿੱਚੋਂ ਇਹ ਸ਼ਬਦ ਨਿਕਲ ਜਾਂਦਾ ਹੈ। ਇਸ ਕਰਕੇ ਸਾਰੀਆਂ ਬੀਬੀਆਂ ਚੁੱਪ ਕਰ ਗਈਆਂ, ਇੱਕ ਖਿੰਨ ਸੁਣ ਵਰਤ ਗਈ। ਪਰ ਕੁਝ ਪਲ ਦੇ ਬਾਅਦ ਹੀ ਇੱਕ ਸਿੱਖ ਦੀ ਤਨੀਆਂ, ਤਨੀਆਂ ਕਹੀਏ ਧੀ, ਇੱਕ ਬੀਬੀ ਭੈਣ ਉੱਠੀ ਤੇ ਉਸ ਨੇ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਬਚਨ ਕਹੇ, ਸੱਚੇ ਪਾਤਸ਼ਾਹ ਮੈਂ ਦੀਨ, ਮਰਦ ਨ ਕਬ ਫਿਟਕਾਰਨ ਕੀਨ। ਉਸ ਨੇ ਉੱਠ ਕੇ ਬੜੇ ਪ੍ਰੇਮ ਦੇ ਨਾਲ, ਅਧੀਨਗੀ ਦੇ ਨਾਲ ਕਿਹਾ, ਹੇ ਸੱਚੇ ਪਾਤਸ਼ਾਹ ਜੀ, ਮੈਂ ਦੀਨ, ਦੀਨ ਦਾ ਅਰਥ ਹੁੰਦਾ ਹੈ ਗਰੀਬ, ਮੈਂ ਕਦੀ ਵੀ ਕਿਸੇ ਮਰਦ ਦਾ ਮੁਖ ਨਹੀਂ ਫਟਕਾਰਿਆ। ਵੇਖੋ ਸਤਿਗੁਰਾਂ ਦੀ ਸੰਗਤ ਦੇ ਵਿੱਚੋਂ ਹੀ, ਗੁਰੂ ਸਾਹਿਬ ਦੇ ਇਤਿਹਾਸ ਦੇ ਵਿੱਚੋਂ ਹੀ ਸਾਨੂੰ ਜੀਵਨ ਵਿੱਚ ਵਿਚਰਨ ਦਾ ਢੰਗ ਪਤਾ ਲੱਗਦਾ। ਜਦੋਂ ਅਸੀਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਇਤਿਹਾਸ ਇੱਕ ਐਸਾ ਸਾਡੇ ਕੋਲ ਇੱਕ ਸੋਮਾ ਹੈ
ਕਿ ਜਿਹੜਾ ਸਾਨੂੰ ਜੀਵਨ ਦੀ ਰਹੁ ਰੀਤੀ ਸਮਝਾਉਂਦਾ ਹੈ ਕਿ ਗੁਰੂ ਕੇ ਸਿੱਖਾਂ ਦਾ ਜੀਵਨ। ਇੱਕ ਗੱਲ ਹੋਰ, ਕੇਵਲ ਇਤਿਹਾਸ ਦੇ ਵਿੱਚ ਚੰਗੇ ਪਾਤਰ ਹੀ ਨਹੀਂ ਹੁੰਦੇ ਵੀ ਅਸੀਂ ਕਹੀਏ ਇਤਿਹਾਸ ਵਿੱਚ ਇਕੱਲੇ ਚੰਗੇ ਪਾਤਰਾਂ ਦੀ ਗੱਲ ਕੀਤੀ ਜਾਂਦੀ ਹੈ। ਜੇ ਅਸੀਂ ਕਿਤੇ ਇਕੱਲੇ ਚੰਗੇ ਦੀ ਗੱਲ ਕਰਾਂਗੇ ਜਾਂ ਮਾੜੇ ਦੀ ਇਕੱਲੇ ਦੀ ਗੱਲ ਕਰਾਂਗੇ ਤੇ ਇਤਿਹਾਸ ਜਿਹੜਾ ਇੱਕ ਪਾਸੜ ਹੋ ਜਾਏਗਾ, ਜਾਂ ਉਸ ਤੇ ਪੜ੍ਹਦਿਆਂ ਸੁਣਦਿਆਂ ਪ੍ਰਤੀਤ ਹੋਏਗਾ ਵੀ ਇਹ ਲਿਖਣ ਵਾਲਾ, ਇਹਨੂੰ ਰਚਣ ਵਾਲਾ ਜਿਹੜਾ ਉਹ ਇੱਕ ਪੱਖ ਦਾ ਅਲਾਰੂ ਸੀ। ਇਤਿਹਾਸ ਦਾ ਮਤਲਬ ਇਹ ਹੁੰਦਾ ਵੀ ਜੋ ਵਾਪਰਿਆ, ਜੈਸਾ ਵਾਪਰਿਆ ਉਹਨੂੰ ਹੂ ਬਹੂ ਆਪਣੀ ਮਤ, ਆਪਣੀ ਸੋਚ, ਆਪਣੀ ਅਕਲ, ਆਪਣੇ ਅੰਦਰ ਦੀ ਈਰਖਾ, ਆਪਣੇ ਅੰਦਰ ਦਾ ਤਵੱਸਰ ਛੱਡ ਕੇ, ਤਿਆਗ ਕਰਕੇ ਉਹਨੂੰ ਉਸੇ ਤਰ੍ਹਾਂ ਲਿਖਣਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪ ਉਹਦੇ ਤੋਂ ਨਿਰਣਾ ਕਰ ਸਕਣ ਵੀ ਇਸ ਗੁਣ ਦਾ ਜਿਹੜਾ ਬੰਦਾ ਸੀ, ਇਸ ਸੁਭਾਅ ਦਾ ਜਿਹੜਾ ਬੰਦਾ ਸੀ, ਉਹਦੇ ਨਾਲ ਇਹ ਵਾਪਰਿਆ, ਤੇ ਜਿਹੜਾ ਇਸ ਸੁਭਾਅ ਦਾ ਬੰਦਾ ਸੀ ਉਹਦੇ ਨਾਲ ਇਹ ਵਾਪਰਦਾ ਰਿਹਾ। ਫਿਰ ਉਹ ਆਪ ਨਤੀਜਾ ਕਰਨ ਵੀ ਅਸੀਂ ਕਿਹੜੇ ਪਾਸੇ ਜਾਣਾ, ਅਸੀਂ ਕਿਸ ਸੁਭਾਅ ਦੇ ਹੋ ਕਰਕੇ ਰਹਿਣਾ। ਸੋ ਇਤਿਹਾਸ ਜਿਹੜਾ ਹੈ ਉਹ ਕਦੀ ਇੱਕ ਪਾਸੇ ਦੇ ਬੰਦਿਆਂ ਦਾ ਨਹੀਂ ਹੁੰਦਾ, ਉਹ ਕਦੀ ਇੱਕ ਪੱਖ ਦੇ ਬੰਦਿਆਂ ਦਾ ਨਹੀਂ ਹੁੰਦਾ। ਉਹਦੇ ਵਿੱਚ ਬਹੁਪੱਖੀ ਲੋਕ ਹੁੰਦੇ ਨੇ, ਪਰ ਅਸੀਂ ਦੇਖਣਾ ਹੁੰਦਾ ਕਿ ਅਸੀਂ ਕਿਸ ਸੁਭਾਅ ਦੇ ਲੋਕਾਂ ਦੇ ਨਾਲ ਖਲੋਤੇ ਹਾਂ, ਜਾਂ ਸਾਨੂੰ ਕਿਹੜਾ ਪਾਤਰ ਚੰਗਾ ਲੱਗਦਾ ਹੈ, ਸਾਨੂੰ ਕਿਹੜਾ ਇਹਦੇ ਵਿੱਚ ਇਤਿਹਾਸ ਦਾ ਜਿਹੜਾ ਪਾਤਰ ਹੈ ਵਧੀਆ ਲੱਗਦਾ ਹੁੰਦਾ ਹੈ। ਸੋ ਇਤਿਹਾਸ ਦੇ ਵਿੱਚ ਐਸੇ ਬਹੁ ਗੁਣੀ, ਬਹੁ ਰੰਗੀ ਪਾਤਰ ਹੁੰਦੇ ਨੇ, ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਅਸੀਂ ਉਹਨਾਂ ਨੂੰ ਪੜ੍ਹੀਏ, ਅਸੀਂ ਉਹਨਾਂ ਨੂੰ ਸੁਣੀਏ। ਇਤਿਹਾਸ ਰਹੁ ਰੀਤੀ ਸਿਖਾਉਂਦਾ ਹੈ ਕਿ ਜਿਹੜਾ ਜੈਸੇ ਰੂਪ ਦਾ ਬਣ ਕੇ ਵਿਚਰਿਆ ਉਹਦਾ ਅੰਤ ਕੀ ਹੋਇਆ, ਉਹਦਾ ਨਤੀਜਾ ਕੀ ਹੋਇਆ। ਕਈ ਵਾਰੀ ਬੰਦਾ ਆਪ ਜਦੋਂ ਚੱਲਦਾ ਹੈ ਨਾ, ਮੰਨ ਲਓ ਅਸੀਂ ਕੋਈ ਸੁਭਾਅ ਲੈ ਕੇ ਚੱਲ ਰਹੇ ਹਾਂ, ਕੋਈ ਕ੍ਰੋਧੀ ਹੈ, ਕੋਈ ਲਾਲਚੀ ਹੈ, ਕੋਈ ਇਮਾਨਦਾਰ ਹੈ, ਕੋਈ ਸੱਤ ਸੰਤੋਖ ਦਾ ਧਾਰਨੀ ਹੈ, ਤੇ ਲੋਕ ਅਕਸਰ ਇਹ ਵਾਰਤਾ ਕਹਿੰਦੇ ਨੇ ਵੀ ਇਸ ਸੁਭਾਅ ਦਾ ਬੰਦਾ ਕਾਮਯਾਬ ਨਹੀਂ ਹੋਏਗਾ, ਇਸ ਸੁਭਾਅ ਦਾ ਬੰਦਾ ਕਾਮਯਾਬ ਹੋਏਗਾ। ਤੇ ਆਪ ਵੀ ਮਨ ਨੂੰ ਹੁੰਦਾ ਹੈ ਵੀ ਅਸੀਂ ਜਿਸ ਸੁਭਾਅ ਦੇ ਬਣ ਕੇ, ਜਿਸ ਤਾਸੀਰ ਦੇ ਬਣ ਕੇ ਸੰਸਾਰ ਵਿੱਚ ਚੱਲ ਰਹੇ ਹਾਂ, ਅਸਲ ਵਿੱਚ ਇਹਦਾ ਨਤੀਜਾ ਕੀ ਨਿਕਲੇਗਾ, ਅੰਤ ਕੀ ਨਿਕਲੇਗਾ, ਸਾਡਾ ਅੰਤ ਕੀ ਨਿਕਲੇਗਾ। ਉਹ ਸਾਡੇ ਨਤੀਜੇ, ਸਾਡੀ ਸੋਚ, ਉਹ ਸਾਡੇ ਤੋਂ ਪਹਿਲਾਂ ਹੀ ਸਾਡੇ ਇਤਿਹਾਸ ਵਿੱਚ ਐਸੀਆਂ ਤਾਸੀਰਾਂ ਦੇ, ਐਸੇ ਸੁਭਾਵਾਂ ਦੇ ਪੁਰਖ ਹੋ ਚੁੱਕੇ ਨੇ, ਜੋ ਉਹਨਾਂ ਦਾ ਜੀਵਨ ਹੈ ਉਹੀ ਸਾਡਾ ਜੀਵਨ ਹੋਏਗਾ। ਜੈਸੀ ਤਾਸੀਰ ਲੈ ਕਰਕੇ ਅਸੀਂ ਚੱਲਾਂਗੇ, ਜੇ ਅਸੀਂ ਕਮਜ਼ੋਰ ਦੀ, ਡਰਪੋਕ ਦੀ ਤਾਸੀਰ ਲੈ ਕੇ ਚੱਲਾਂਗੇ ਤੇ ਸਾਡਾ ਅੰਤ ਕੀ ਹੋਏਗਾ। ਅਸੀਂ ਇਤਿਹਾਸ ਵਿੱਚ ਡਰਪੋਕ ਲੋਕਾਂ ਦਾ ਜੀਵਨ ਪੜ੍ਹ ਲਈਏ, ਉਹਨਾਂ ਨੂੰ ਅਖੀਰ ਵਿੱਚ ਕੀ ਪ੍ਰਾਪਤ ਹੁੰਦਾ ਹੈ। ਜੇ ਅਸੀਂ ਇਹ ਵੇਖਾਂਗੇ ਜੁਝਾਰੂ ਲੋਕ, ਜਿਹੜੇ ਸਾਰੀ ਉਮਰ ਜੁਝਾਰੂ ਬਣ ਕੇ ਜੀਵਨ ਬਤੀਤ ਕੀਤਾ, ਉਹਨਾਂ ਨੇ ਭਾਵੇਂ ਉਮਰ ਥੋੜੀ ਹੰਢਾਈ, ਪਰ ਜੁਝਾਰੂਆਂ ਦੇ ਜੀਵਨ ਦੇ ਵਿੱਚ ਉਹ ਉਸ ਸਮੇਂ ਵੀ ਪੂਜੇ ਗਏ ਤੇ ਉਹਨਾਂ ਤੋਂ ਬਾਅਦ ਵੀ ਉਹ ਪੂਜੇ ਜਾਂਦੇ ਨੇ। ਜਿਨ੍ਹਾਂ ਦੀ ਤਾਸੀਰ ਜੁਝਾਰੂ ਹੁੰਦੀ ਹੈ, ਜਿਨ੍ਹਾਂ ਦੀ ਤਾਸੀਰ ਸੱਚ ਤੇ ਦੀਨ ਤੇ ਖਲੋਣ ਦੀ ਹੁੰਦੀ ਹੈ, ਉਹ ਸਦਾ ਹੀ, ਭਾਵੇਂ ਉਮਰ ਥੋੜੀ ਹੋਵੇ ਉਹਨਾਂ ਦੀ, ਸਮਾਂ ਜੀਵਨ ਹਯਾਤੀ ਉਹਨਾਂ ਨੂੰ ਥੋੜੀ ਮਿਲੇ, ਪਰ ਉਹ ਜੀਵਨ ਦੇ ਅੰਦਰ ਨਾਮਨਾ ਖੱਟ ਕੇ ਜਾਂਦੇ ਨੇ। ਜਿਹੜੇ ਸਵਾਰਥੀ ਹੁੰਦੇ ਨੇ ਉਹਨਾਂ ਦੇ ਵਿੱਚ, ਉਹਨਾਂ ਦਾ ਵੀ ਇਤਿਹਾਸ ਭਰਿਆ ਪਿਆ। ਗੰਗੂ ਵਰਗਿਆਂ ਦਾ ਜੀਵਨ, ਉਹਨਾਂ ਦਾ ਲੋਭੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਸਵਾਰਥ ਕਰਕੇ, ਲੋਭ ਕਰਕੇ ਆਪਣਾ ਦੀਨ ਧਰਮ ਵੇਚ ਦਿੱਤਾ। ਅੱਜ ਉਸ ਪਾਤਰ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ, ਯਾਦ ਸਾਰੇ ਪਾਤਰ ਕੀਤੇ ਜਾਂਦੇ ਨੇ, ਪਰ ਉਹਨਾਂ ਨੂੰ ਯਾਦ ਕਰਦਿਆਂ ਇੱਕ ਸਤਿਗੁਰੂ ਨੂੰ ਯਾਦ ਕਰਾਂਗੇ, ਗੁਰੂ ਸਾਹਿਬ ਜੀ ਦਾ ਨਾਮ ਪੁਕਾਰਾਂਗੇ, ਗੁਰੂ ਦੇ ਲਾਲਾਂ ਦਾ ਨਾਮ ਪੁਕਾਰਾਂਗੇ, ਤੇ ਮਨ ਵਿੱਚ ਭਾਵ ਹੋਰ ਹੋਏਗਾ, ਸ਼ਰਧਾ ਭਾਵਨਾ ਵਾਲਾ, ਜਜ਼ਬੇ ਵਾਲਾ। ਮਾੜੇ ਬੰਦਿਆਂ ਨੂੰ ਯਾਦ ਕਰਾਂਗੇ, ਉਸ ਵਕਤ ਮਨ ਵਿੱਚ ਨਫ਼ਰਤ, ਮਨ ਵਿੱਚ ਦੁਐਕ, ਮਨ ਵਿੱਚ ਗਿਲਾਨ ਪੈਦਾ ਹੋ ਜਾਂਦੀ ਹੈ ਵੀ ਕੈਸਾ ਬੰਦਾ ਸੀ ਇਹ, ਗਿਲਾਨੀ ਪੈਦਾ ਹੋ ਜਾਂਦੀ ਹੈ। ਸੋ ਭਾਵ ਇਹ ਹੈ, ਹਰ ਬੰਦਾ ਸੰਸਾਰ ਵਿੱਚ ਆਪਣਾ ਜੀਵਨ ਬਸ਼ਰ ਕਰਕੇ ਜਾਂਦਾ ਹੈ, ਪਰ ਉਹ ਦੇ ਕੇ ਕੀ ਜਾ ਰਿਹਾ ਸੰਸਾਰ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇ ਕੇ ਜਾ ਰਿਹਾ। ਬਸ ਉਹ ਦਿੱਤੀ ਹੋਈ ਚੀਜ਼ ਹੀ ਇਤਿਹਾਸ ਹੁੰਦੀ ਹੈ, ਉਹ ਸਰਮਾਇਆ ਹੁੰਦੀ ਹੈ, ਮਾੜਾ ਤੇ ਚੰਗਾ। ਜੇ ਅਸੀਂ ਚੰਗੇ ਗੁਣਾਂ ਨੂੰ ਇਕੱਠੇ ਕਰਾਂਗੇ ਤੇ ਸਾਡਾ ਅੰਤ ਵੀ ਭਲਾ ਹੋਏਗਾ, ਸਾਡਾ ਅੰਤ ਵੀ ਚੰਗਾ ਹੋਏਗਾ। ਜੇ ਅਸੀਂ ਮਾੜਿਆਂ ਦਾ, ਜੇ ਅਸੀਂ ਮਾੜੇ ਪਾਤਰ ਚੁਣ ਲਏ, ਐਸਾ ਨਹੀਂ ਕਿ ਇਤਿਹਾਸ ਨੂੰ ਪੜ੍ਹਨ ਵਾਲੇ, ਜੇ ਅਸੀਂ ਰਮਾਇਣ ਦੀ ਗੱਲ ਕਰੀਏ, ਮਹਾਭਾਰਤ ਦੀ ਗੱਲ ਕਰੀਏ, ਜਾਂ ਹੋਰ ਬੜੇ ਗ੍ਰੰਥ ਨੇ ਜਿਹੜੇ ਇਤਿਹਾਸਿਕ ਗ੍ਰੰਥ ਨੇ, ਜ਼ਰੂਰੀ ਨਹੀਂ ਕਿ ਰਮਾਇਣ ਨੂੰ ਪੜ੍ਹਨ ਵਾਲੇ ਸਾਰੇ ਰਾਮ ਦੇ ਕਰੈਕਟਰ ਤੋਂ ਹੀ ਖੁਸ਼ ਹੁੰਦੇ ਨੇ ਵੀ ਰਾਮ ਬੜਾ ਸਤ ਬਚਨੀ ਸੀ, ਬੜਾ ਵਚਨਾਂ ਦਾ ਮੰਨਣ ਵਾਲਾ ਸੀ। ਬਹੁਤ ਲੋਕ ਐਸੇ ਨੇ
ਜਿਹੜੇ ਰਾਵਣ ਦੇ ਕਰੈਕਟਰ ਤੋਂ ਖੁਸ਼ ਹੋਣਗੇ ਉਹ ਉਸ ਤਰ੍ਹਾਂ ਦਾ ਜੀਵਨ ਬਸਰ ਕਰਨਗੇ। ਪਰ ਨਤੀਜਾ ਦੇਖਣਾ ਪਏਗਾ ਵੀ ਜਿਹੜੇ ਪਾਤਰ ਨੂੰ ਅਸੀਂ ਚੁਣ ਰਹੇ ਹਾਂ, ਜਿਹਨੂੰ ਅਸੀਂ ਆਪਣਾ ਆਈਡਲ ਮੰਨ ਰਹੇ ਹਾਂ, ਉਹਦਾ ਅੰਤ ਕੀ ਹੋਇਆ, ਉਹ ਅੰਤ ਹੀ ਸਾਡਾ ਹੋਏਗਾ, ਉਹ ਅੰਤ ਹੀ ਸਾਡਾ ਹੈ। ਇਸ ਕਰਕੇ ਜੀਵਨ ਦੇ ਅੰਦਰ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਗ੍ਰਹਿਣ ਕਰੀਏ, ਜਦੋਂ ਵੀ ਅਸੀਂ ਕਿਸੇ ਜੀਵਨ ਦੇ ਕਿਸੇ ਮਨੁੱਖ ਦੇ ਪ੍ਰਭਾਵ ਹੇਠ ਜੀਏ ਜਾਂ ਕਿਸੇ ਸ਼ਖਸੀਅਤ ਦੇ ਪ੍ਰਭਾਵ ਹੇਠ ਜੀਏ, ਤੇ ਇਹ ਦੇਖ ਲਈਏ ਵੀ ਉਹਦਾ ਅੰਤ ਕੀ ਸੀ, ਉਹਦਾ ਅਖੀਰ ਕੀ ਸੀ, ਉਹਦਾ ਜੀਵਨ ਕੈਸਾ ਸੀ, ਫਿਰ ਸਾਡਾ ਜੀਵਨ ਵੀ ਵੈਸਾ ਹੀ ਬਣ ਜਾਏਗਾ। ਕਿਉਂਕਿ ਬਾਣੀ ਬਚਨ ਆਖਦੀ ਹੈ, ਜੈਸਾ ਸੇਵੇ ਤੈਸਾ ਹੋਏ। ਜੈਸੇ ਨੂੰ ਅਸੀਂ ਸੇਵਾਂਗੇ, ਆਰਾਧਾਂਗੇ, ਯਾਦ ਕਰਾਂਗੇ, ਵੈਸੇ ਹੀ ਅਸੀਂ ਬਣ ਜਾਵਾਂਗੇ। ਇਸ ਕਰਕੇ ਇਹ ਤਾਕੀਦ ਕੀਤੀ ਜਾਂਦੀ ਹੈ ਮਹਾਂਪੁਰਖਾਂ ਵੱਲੋਂ, ਗੁਰਮੁਖਾਂ ਵੱਲੋਂ, ਰੱਬ ਦੇ ਪਿਆਰਿਆਂ ਵੱਲੋਂ, ਭਾਈ ਸਤਿਪੁਰਖਾਂ ਦੀ ਸੰਗਤ ਕਰੋ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰੋ, ਗੁਰੂ ਕੇ ਪਿਆਰਿਆਂ ਦਾ ਇਤਿਹਾਸ ਪੜ੍ਹੋ, ਸ਼ਰਧਾ ਵਾਲਾ ਇਤਿਹਾਸ ਪੜ੍ਹੋ, ਜਜ਼ਬੇ ਵਾਲਾ ਇਤਿਹਾਸ ਪੜ੍ਹੋ। ਉਹ ਇਤਿਹਾਸ ਉਹਨਾਂ ਲੋਕਾਂ ਨੂੰ ਨਾ ਪੜ੍ਹੋ, ਉਹਨਾਂ ਲੋਕਾਂ ਨੂੰ ਨਾ ਸੁਣੋ ਜੋ ਤੁਹਾਡੇ ਜਜ਼ਬੇ ਤੇ ਚੋਟ ਕਰਦੇ ਨੇ, ਜੋ ਤੁਹਾਡੀ ਸ਼ਰਧਾ ਤੇ ਚੋਟ ਕਰਦੇ ਨੇ, ਜੋ ਲੋਕ ਤੁਹਾਡੇ ਸਾਹਿਤ ਨੂੰ, ਤੁਹਾਡੇ ਪੁਰਖਿਆਂ ਦੇ ਇਤਿਹਾਸ ਨੂੰ ਖਤਮ ਕਰਨ ਤੇ ਤੁਰੇ ਨੇ। ਉਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਣੇ ਅੰਦਰ ਦੀ ਸ਼ਕਤੀ, ਆਪਣੇ ਅੰਦਰ ਦੇ ਸੂਰਮੇ ਨੂੰ, ਆਪਣੇ ਅੰਦਰ ਦੇ ਬਾਹੂਬਲੀ ਨੂੰ ਨਾ ਮਕਾਓ। ਗੁਰੂ ਕੇ ਲਾਲਾਂ ਦਾ, ਗੁਰੂ ਕੇ ਸਿੱਖਾਂ ਦਾ ਇਤਿਹਾਸ ਪੜ੍ਹੋ। ਤੇ ਜਦੋਂ ਜੀਵ ਐਸਾ ਇਤਿਹਾਸ ਪੜ੍ਹਦਾ ਹੈ, ਦੇਖੋ ਜੈਸਾ ਇਤਿਹਾਸ ਪੜ੍ਹਿਆ ਜਾਂਦਾ ਹੈ ਫਿਰ ਵੈਸਾ ਹੀ ਘੜਿਆ ਜਾਂਦਾ ਹੈ। ਜੋ ਅਸੀਂ ਪੜ੍ਹਾਂਗੇ ਵੈਸੇ ਘੜੇ ਜਾਵਾਂਗੇ। ਅੱਜ ਜੋ ਸਮਾਂ ਚੱਲਦਾ ਪਿਆ, ਦਿੱਲੀ ਦੀ ਧਰਤੀ ਵੱਲ ਜਿਨ੍ਹਾਂ ਜੁਝਾਰੂਆਂ ਨੇ ਕੂਚ ਕੀਤਾ ਹੈ, ਕਿਸਾਨ ਯੋਧਿਆਂ ਨੇ, ਉਹ ਲੋਕ ਕੋਈ ਨੇ ਜਿਨ੍ਹਾਂ ਆਪਣੇ ਦਾਦੇ ਪੜਦਾਦਿਆਂ, ਆਪਣੇ ਪੁਰਖਾਂ ਤੋਂ ਗੁਰੂ ਕੇ ਲਾਲਾਂ ਦਾ ਇਤਿਹਾਸ ਸੁਣਿਆ, ਜਿਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਭਾਈ ਮਨੀ ਸਿੰਘ ਜੀ ਵਰਗਿਆਂ ਦਾ, ਭਾਈ ਤਾਰੂ ਸਿੰਘ ਜੀ ਵਰਗਿਆਂ ਦਾ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗਿਆਂ ਦਾ ਇਤਿਹਾਸ ਸਰਵਣ ਕੀਤਾ। ਉਹਨਾਂ ਦੇ ਅੰਦਰ ਉਹ ਬੈਠਾ ਹੋਇਆ ਹੈ। ਤੇ ਜਦੋਂ ਸਮਾਂ ਬਣਦਾ, ਦੇਖੋ ਕਿੰਨਾ ਸੰਘਰਸ਼, ਕਿੰਨਾ ਤਸੱਦਦ, ਕਿੰਨਾ ਜ਼ੁਲਮ ਹੋ ਰਿਹਾ, ਫਿਰ ਵੀ ਚੜ੍ਹਦੀ ਕਲਾ। ਤੇ ਜੇ ਕੋਈ ਤਰਕ ਵਾਲਾ ਬੰਦਾ, ਕਿਉਂਕਿ ਸਾਡੇ ਇਸੇ ਸਮੇਂ ਦੇ ਅੰਦਰ ਇੱਕ ਸੁਸਾਇਟੀ ਤਰਕ ਵਾਲੀ ਪੈਦਾ ਹੋ ਗਈ ਹੈ, ਜਿਹੜੀ ਸਾਡੀ ਸ਼ਰਧਾ ਨੂੰ ਪਿਛਲੇ ਦਹਾਕੇ ਚੋਟਾਂ ਮਾਰਦੀ ਰਹੀ, ਜਿਹੜੀ ਸਾਡੇ ਭਾਵਨਾ ਨੂੰ, ਸਾਡੇ ਜਜ਼ਬਿਆਂ ਨੂੰ ਤੋੜਨ ਦੇ ਲੱਗੀ ਰਹੀ, ਗੁਲਾਮ ਬਣਾਉਂਦੀ ਰਹੀ। ਅੱਜ ਉਹ ਲੋਕਾਂ ਨੂੰ ਜਾ ਕੇ ਉਹ ਥਾਂ ਵਿਖਾਈਏ, ਅੱਜ ਉਹਨਾਂ ਲੋਕਾਂ ਨੂੰ ਜਾ ਕੇ ਉਹ ਲੋਕ ਵਿਖਾਈਏ ਜਿਹੜੇ ਲੋਕ ਕਹਿੰਦੇ ਰਹੇ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜੋਸ਼ ਕਿਵੇਂ ਆ ਗਿਆ, ਜਜ਼ਬਾ ਕਿਵੇਂ। ਕਿਉਂਕਿ ਮਾਹੌਲ ਵਿੱਚ ਬੰਦਾ ਘੜਿਆ ਜਾਂਦਾ। ਜੈਸੇ ਮਾਹੌਲ ਵਿੱਚ ਅਸੀਂ ਰਵਾਂਗੇ ਉਸੇ ਮਾਹੌਲ ਦੇ ਘੜੇ ਜਾਵਾਂਗੇ। ਕਾਇਰਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ ਤੇ ਤੁਸੀਂ ਕਾਇਰ ਬਣ ਜਾਓਗੇ। ਯੋਧਿਆਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ, ਤੁਸੀਂ ਯੋਧੇ ਬਣ ਜਾਓਗੇ। ਸੋ ਇਹ ਸਾਰਾ ਕੁਝ ਸਾਡੀ ਘਾੜਤ, ਜੋ ਕੁਝ ਸਾਹਿਤ ਅਸੀਂ ਪੜ੍ਹਦੇ ਹਾਂ, ਜੋ ਵਾਚਦੇ ਹਾਂ, ਜੋ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਾਂ, ਵੈਸਾ ਸਾਡਾ ਜੀਵਨ ਆਪ ਮੁਹਾਰੇ ਬਣ ਜਾਂਦਾ ਹੈ। ਬਣਾਉਣਾ ਨਹੀਂ ਪੈਂਦਾ, ਬਣ ਜਾਂਦਾ ਹੈ। ਤਾਂ ਹੀ ਇਹ ਲੋਕ ਸਾਡੇ ਅੱਜ ਸਰੀਰ ਤੇ ਘੱਟ ਚੋਟ ਕੀਤੀ ਜਾ ਰਹੀ ਹੈ, ਸਾਡੇ ਮਾਨਸਿਕ ਪੱਧਰ ਤੇ, ਸਾਡੇ ਦਿਮਾਗ ਤੇ, ਸਾਡੇ ਵਿਚਾਰਾਂ ਤੇ ਜ਼ਿਆਦਾ ਚੋਟ ਕੀਤੀ ਜਾ ਰਹੀ। ਕਿ ਇਹ ਸਰੀਰ ਕਰਕੇ ਤਾਂ ਨਹੀਂ, ਦਿਮਾਗ ਕਰਕੇ ਹੀ ਬਦਲ ਦਿਓ, ਵਿਚਾਰਾਂ ਕਰਕੇ ਬਦਲ ਦਿਓ, ਸ਼ਰਧਾ ਦੀਆਂ ਗੱਲਾਂ ਖਤਮ ਕਰ ਦਿਓ, ਭਾਵਨਾ ਦੀਆਂ ਗੱਲਾਂ ਖਤਮ ਕਰ ਦਿਓ, ਹਰ ਗੱਲ ਤੇ ਕਿੰਤੂ, ਹਰ ਗੱਲ ਤੇ ਤਰਕ ਕਰ ਦਿਓ ਤੇ ਆਪਣੇ ਆਪ ਮਰ ਜਾਏਗਾ। ਜਦੋਂ ਇਤਿਹਾਸ ਮਰ ਗਿਆ, ਸਿਆਣੇ ਲੋਕਾਂ ਨੇ ਕਿਹਾ ਜੇ ਕਿਸੇ ਕੌਮ ਨੂੰ ਮਾਰਨਾ ਹੈ, ਉਹ ਕੱਲੇ ਕੱਲੇ ਨੂੰ ਮਾਰਨ ਦੀ ਲੋੜ ਨਹੀਂ, ਬਸ ਉਹਦੀ ਬੋਲੀ ਮਾਰ ਦਿਓ, ਉਹਦਾ ਇਤਿਹਾਸ ਮਾਰ ਦਿਓ, ਉਹਦਾ ਸਾਹਿਤ ਮਾਰ ਦਿਓ, ਉਹਦਾ ਪਹਿਰਾਵਾ ਮਾਰ ਦਿਓ, ਆਪਣੇ ਆਪ ਉਹ ਲੋਕ ਮਰ ਜਾਣ। ਤੇ ਮਰਦੇ ਨੇ ਲੋਕ, ਮਰ ਗਏ ਬਹੁਤਾਂਤ ਅੰਦਰ। ਬੋਲੀ ਮਰ ਗਈ, ਪਹਿਰਾਵਾ ਮਰ ਗਿਆ, ਸਾਹਿਤ ਮਰ ਗਿਆ, ਕੇਵਲ ਤਾਂ ਕੇਵਲ ਸਰੀਰ ਪੈ ਚੱਲਦੇ ਨੇ। ਪਰ ਫਿਰ ਵੀ ਗੁਰੂ ਕਿਰਪਾ ਕਰੇ, ਸਾਡੇ ਕੋਲ ਐਸੇ ਸਰੋਤ ਨੇ ਜਿਨ੍ਹਾਂ ਦੀ ਬਦੌਲਤ ਜੇ ਅਸੀਂ ਉਹਨਾਂ ਨਾਲ ਜੁੜ ਜਾਈਏ ਤੇ ਸਾਨੂੰ ਸਾਡਾ ਪੂਰਬਲਾ ਯਾਦ ਆ ਜਾਏ, ਸਾਨੂੰ ਸਾਡਾ ਪਿਛੋਕੜ ਆ ਜਾਏ। ਇਤਿਹਾਸਿਕ ਗ੍ਰੰਥ ਨੇ। ਸਭ ਤੋਂ ਵੱਡੀ ਗੱਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਡੇ ਕੋਲ ਬਾਣੀ ਹੈ, ਜਿਹੜੀ ਬਾਣੀ ਮੁਰਦਿਆਂ ਨੂੰ ਸੁਰਜੀਤ ਕਰਨ ਵਾਲੀ। ਸੋ ਕਹਿਣ ਤੋਂ ਮੁਰਾਦ ਇਹ ਸੀ ਭਾਈ, ਇਤਿਹਾਸ ਇੱਕ ਪੱਖੀ ਜਾਂ ਇੱਕ ਪਾਤਰ ਨੂੰ ਮੁੱਖ ਰੱਖ ਕੇ ਨਹੀਂ, ਉਹਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਹੈ, ਭੈੜਾ ਵੀ ਹੁੰਦਾ ਹੈ, ਚੰਗਾ ਵੀ ਹੁੰਦਾ ਹੈ, ਤੇ ਸਾਰਿਆਂ ਦਾ ਜ਼ਿਕਰ ਕਰਨਾ ਪੈਂਦਾ। ਬੁਲਾਉਣ ਵਾਲੇ ਨੂੰ, ਬੋਲਣ ਵਾਲੇ ਨੂੰ ਵੀ, ਲਿਖਣ ਵਾਲੇ ਨੂੰ, ਜੈਸਾ ਕੋਈ ਹੈ
ਮਾਂ ਕਵੀ ਦੀ ਰਚਨਾ ਤੁਸੀਂ ਵੇਖੋਗੇ, ਜਦੋਂ ਕਿਸੇ ਜ਼ੁਲਮ ਦੀ ਗੱਲ ਕਰਦੇ ਨੇ ਤੇ ਐਸੇ ਐਸੇ ਜ਼ੁਲਮ ਲਿਖੇ ਨੇ, ਕਿਸੇ ਭੈੜੇ ਪਾਤਰ ਦੀ ਗੱਲ ਕਰਦੇ ਨੇ, ਕਿਸੇ ਦੀ ਢੀਠਤਾਈ ਦੀ ਗੱਲ ਕਰਦੇ ਨੇ, ਬਿਲਕੁਲ ਖੁੱਲ੍ਹ ਕੇ ਉਹਦੇ ਬਾਬਤ ਲਿਖਿਆ ਹੈ। ਕਈ ਵਾਰੀ ਕਹਿਣ ਲੱਗਿਆਂ ਸੁਣ ਲੱਗਿਆਂ ਵੀ ਅਸੀਂ ਗੁਰੇਜ਼ ਕਰਦੇ ਹਾਂ ਵੀ ਆਹ ਗੱਲਾਂ ਨਾ ਕਰੀ, ਪਰ ਉਹਨਾਂ ਆਪਣੇ ਸਾਹਿਤ ਨਾਲ ਬੇਈਮਾਨੀ ਨਹੀਂ ਕੀਤੀ, ਕਿਉਂਕਿ ਜੈਸਾ ਕਿਸੇ ਦਾ ਰੋਲ ਹੈ ਉਹਨੇ ਬਾਖੂਬੀ ਢੰਗ ਨਾਲ ਨਿਭਾਇਆ ਹੈ, ਤੇ ਕਹਿਣ ਵਾਲੇ ਨੂੰ, ਲਿਖਣ ਵਾਲੇ ਨੇ ਵੀ ਉਸੇ ਤਰ੍ਹਾਂ ਲਿਖਣਾ ਚਾਹੀਦਾ ਹੈ, ਤਾਂ ਜੋ ਪਤਾ ਲੱਗੇ ਵੀ ਇਸ ਰੂਪ ਦਾ ਬੰਦਾ, ਉਹਨੇ ਆਹ ਭਾਣਾ ਵਰਤਾਇਆ ਤੇ ਉਹਦਾ ਅੰਤ ਇਹ ਹੋਇਆ। ਇਹ ਸਾਰਾ ਇਤਿਹਾਸ ਨਿਰਪੱਖ ਹੁੰਦਾ ਹੈ, ਉਸ ਨੂੰ ਅਸੀਂ ਸੁਣਾਂਗੇ, ਪੜਾਂਗੇ ਤੇ ਸਾਡੇ ਜੀਵਨ ਦੇ ਅੰਦਰ ਫਿਰ ਅਸੀਂ ਚੁਣਾਂਗੇ। ਸਭ ਤੋਂ ਪਹਿਲਾਂ ਪੜ੍ਹਨਾ ਹੁੰਦਾ, ਸੁਣਨਾ ਹੁੰਦਾ, ਫਿਰ ਚੁਣਨਾ ਹੁੰਦਾ ਵੀ ਮੈਂ ਕਿਹਨੂੰ ਚੁਣਨਾ। ਅਸੀਂ ਸਿੱਖਾਂ ਵਾਲਾ ਜੀਵਨ ਚੁਣਨਾ, ਗੁਰਮੁਖਾਂ ਵਾਲਾ ਜੀਵਨ ਚੁਣਨਾ ਹੈ ਕਿ ਮਨਮੁਖਾਂ ਵਾਲਾ ਜੀਵਨ ਚੁਣਨਾ ਹੈ। ਅਸੀਂ ਜਿਨ੍ਹਾਂ ਗੁਰੂ ਦੇ ਬਚਨ ਕਮਾਏ ਉਹਨਾਂ ਵਾਲਾ ਜੀਵਨ ਚੁਣਨਾ ਹੈ ਕਿ ਅਸੀਂ ਜਿਹੜੇ ਗੁਰੂ ਤੋਂ ਬਾਗੀ ਹੋ ਗਏ ਉਹਨਾਂ ਵਾਲਾ ਜੀਵਨ ਚੁਣਨਾ ਹੈ। ਇਹ ਆਪਣੇ ਹੱਥ ਹੈ। ਜਿਨ੍ਹਾਂ ਗੁਰੂ ਕੇ ਬਚਨ ਕਮਾਏ ਜੇ ਉਹਨਾਂ ਵਾਲਾ ਜੀਵਨ ਚੁਣਾਂਗੇ, ਫਿਰ ਜੋ ਉਹਨਾਂ ਨੂੰ ਰਹਿਮਤਾਂ ਮਿਲੀਆਂ ਉਹ ਸਾਨੂੰ ਮਿਲਣਗੀਆਂ। ਤੇ ਜੇ ਅਸੀਂ ਉਹਨਾਂ ਵਾਲੇ ਹੋ ਗਏ ਵੀ ਜਿਹੜੇ ਗੁਰੂ ਤੋਂ ਬਾਗੀ ਹੋ ਗਏ, ਬਚਨਾਂ ਤੋਂ ਇਨਕਾਰੀ ਹੋ ਗਏ, ਤੇ ਉਹਨਾਂ ਨਾਲ ਕੀ ਭਾਣਾ ਵਾਪਰਦਾ, ਉਹਨਾਂ ਦੇ ਨਾਲ ਕੀ ਲੋਕ ਅੱਜ ਵੀ ਗੱਲ ਕਰਦੇ ਆ ਅਸੀਂ ਉਹਨਾਂ ਦੀ, ਤੇ ਸਾਡਾ ਜੀਵਨ ਵੀ ਐਸਾ ਬਣ ਜਾਏਗਾ। ਸੋ ਕਹਿਣ ਤੋਂ ਮੁਰਾਦ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸਭਾ ਵਿੱਚ ਬੈਠੇ ਹਨ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਕੋਈ ਐਸੀ ਇਸਤਰੀ ਹੋਵੇ ਭਾਗਾਂ ਵਾਲੀ ਜਿਹਨੇ ਕਦੀ ਮਰਦ ਦਾ ਮੂੰਹ ਨਹੀਂ ਫਟਕਾਰਿਆ। ਇੱਕ ਸਿੱਖ ਦੀ ਧੀ ਉੱਠੀ, ਉਹਨੇ ਬੜੇ ਪ੍ਰੇਮ ਦੇ ਨਾਲ, ਮੈਂ ਅਰਜ਼ ਕਰ ਰਿਹਾ ਸਾਂ ਵੀ ਇਤਿਹਾਸ ਸਾਨੂੰ ਜੀਵਨ ਸਿਖਾਉਂਦਾ ਹੈ। ਵੇਖੋ ਇੱਕ ਬੀਬੀ ਉੱਠੀ ਹੈ, ਉਹਦੀ ਸ਼ੈਲੀ ਵੇਖੋ ਕੀ ਹੈ, ਉਹ ਸੱਚੀ ਸੁੱਚੀ ਹੈ, ਉਹਨੇ ਜੋ ਗੁਰੂ ਸਾਹਿਬ ਜੀ ਨੇ ਕਿਹਾ ਉਹਦੇ ਤੇ ਪੂਰੀ ਉਤਰੀ ਦੀ ਹੈ, ਤੇ ਉੱਠ ਕੇ ਅਧੀਨਗੀ ਨਾਲ, ਨਿਮਰਤਾ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਰਜ਼ੋਈ ਕਰਨ ਲੱਗੇ। ਇਹ ਸਿੱਖ ਦੀ ਰਹੁ ਰੀਤੀ ਹੈ। ਮੁਕੰਮਲ ਹੋਵੇ, ਸੱਚਾ ਹੋਵੇ, ਭਾਵੇਂ ਉਹ ਨਿਰਦੋਖ ਵੀ ਹੋਵੇ, ਪਰ ਜਦੋਂ ਆਪਣੇ ਗੁਰੂ ਨੂੰ ਮਿਲੇ, ਗੁਰੂ ਦੇ ਪਿਆਰਿਆਂ ਨੂੰ ਮਿਲੇ, ਉਹਦੇ ਜੀਵਨ ਦੇ ਅੰਦਰ ਹਉ ਲੇਸ ਮਾਤਰ ਨਾ ਹੋਵੇ, ਉਹਦੇ ਕੋਲ ਰਤੀ ਮਾਤਰ ਵੀ ਹਉ ਨਾ ਹੋਵੇ, ਹੰਕਾਰ ਨਾ ਹੋਵੇ, ਹੈਂਕੜ ਨਾ ਹੋਵੇ, ਹਰ ਵਕਤ ਉਹਦੇ ਅੰਦਰ ਅਧੀਨਗੀ ਹੋਵੇ। ਇੱਕ ਸਿੱਖ ਦੀ ਧੀ ਦੇ ਬਚਨ ਵੇਖੋ, ਕਹਿੰਦੀ ਹੇ ਸੱਚੇ ਪਾਤਸ਼ਾਹ ਮੈਂ ਦੀਨ ਹਾਂ, ਪਰ ਜਿਹੜੇ ਬਚਨ ਤੁਸੀਂ ਕੀਤੇ ਨੇ ਤੁਹਾਡੀ ਕਿਰਪਾ ਦੇ ਨਾਲ ਮੈਂ ਅੱਜ ਤੱਕ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ। ਇੱਕ ਸਿੱਖ ਬੀਬੀ ਦਾ ਜੀਵਨ ਦੱਸਦਾ ਹੈ ਕਿ ਜੇ ਅਸੀਂ ਗੁਰੂ ਦਾ ਪਿਆਰ ਲੈਣਾ ਹੈ, ਗੁਰੂ ਦੀ ਰਹਿਮਤ ਲੈਣੀ ਹੈ, ਭਾਵੇਂ ਤੁਸੀਂ ਚੰਗੇ ਹੋਵੋ, ਸ਼ੁਭ ਕਰਮੀ ਹੋਵੋ, ਫਿਰ ਵੀ ਤੁਹਾਡੇ ਅੰਦਰ ਦੀਨਤਾ ਬੜੀ ਜ਼ਰੂਰੀ ਹੈ, ਫਿਰ ਵੀ ਤੁਹਾਡੇ ਅੰਦਰ ਨਿਮਰਤਾ ਬੜੀ ਜ਼ਰੂਰੀ ਹੈ। ਜੇ ਇਹ ਚੀਜ਼ਾਂ ਨਹੀਂ, ਫਿਰ ਤੁਹਾਡੇ ਸ਼ੁਭ ਗੁਣ, ਤੁਹਾਡੇ ਹੋਰ ਦੇਵੀ ਗੁਣ ਜਿਹੜੇ ਨੇ ਉਹ ਸਭ ਬੇਕਾਰ ਚਲੇ ਜਾਣਗੇ, ਬੇਅਰਥ ਚਲੇ ਜਾਣਗੇ। ਇਸ ਕਰਕੇ ਇਹ ਸਾਨੂੰ ਜੀਵਨ ਜਾਚ ਵੀ ਸਿਖਾਉਂਦਾ ਹੈ ਇਤਿਹਾਸ, ਜੀਵਨ ਰਹੁ ਰੀਤੀ ਸਿਖਾਉਂਦਾ ਹੈ ਸਾਨੂੰ ਇਤਿਹਾਸ। ਤਾਂ ਉਹ ਬੀਬੀ ਕਹਿਣ ਲੱਗੀ, ਗੁਰਦੇਵ ਜੀ ਮੈਂ ਅੱਜ ਤੱਕ ਤੁਹਾਡੀ ਕਿਰਪਾ ਨਾਲ ਕਿਸੇ ਮਰਦ ਦਾ ਮੂੰਹ ਫਿਟਕਾਰਿਆ ਨਹੀਂ। ਆਪਣਾ ਪੁੱਤਰ ਨਾ ਝਿਰਕਿਓ ਕਬ ਹੀ, ਜ਼ਾਤ ਮਰਦ ਕੀ ਲੱਖ ਵੱਡ ਸਭ ਹੀ। ਮੈਂ ਕਦੀ ਵੀ ਆਪਣੇ ਪੁੱਤਰ ਨੂੰ ਜਾਂ ਕਿਸੇ ਹੋਰ ਦੇ ਪੁੱਤਰ ਨੂੰ, ਕਿਸੇ ਵੀ ਜ਼ਾਤ, ਮਰਦ ਦੀ ਜ਼ਾਤ ਨੂੰ ਮੈਂ ਅੱਜ ਤੱਕ ਕਦੀ ਫਿਟਕਾਰ ਨਹੀਂ ਪਾਈ। ਤਬ ਕਲਗੀ ਧਰ ਬਾਕ ਬਖਾਨੇ, ਸਾਧ ਸਾਧ ਤੁਵ ਜੇ ਇਮ ਜਾਣੇ। ਉਸ ਵਕਤ ਫਿਰ ਕਲਗੀਧਰ ਪਾਤਸ਼ਾਹ ਉਸ ਬੀਬੀ ਦੇ ਬੋਲ ਸੁਣ ਕੇ ਸਾਧ ਸਾਧ, ਸਾਧ ਦਾ ਅਰਥ ਹੁੰਦਾ ਹੈ ਜਿਵੇਂ ਅੱਜ ਅਸੀਂ ਕਿਸੇ ਦੀ ਚੰਗੀ ਗੱਲ ਨੂੰ ਵੇਖ ਕਰਕੇ ਉਹਨੂੰ ਸ਼ਾਬਾਸ਼ ਆਖਦੇ ਹਾਂ, ਤੇ ਉਹ ਬਚਨ ਸਾਧ, ਸਾਧੂ, ਸਾਧੂ ਆਖਿਆ ਜਾਂਦਾ ਹੈ। ਗੁਰਮੁਖੀ ਬਚਨ ਨੇ, ਸਾਧ ਭਾਸ਼ਾ ਦੇ ਬਚਨ ਨੇ। ਸ਼ਾਬਾਸ਼ ਦੇਣੀ ਹੋਵੇ ਕਿਸੇ ਨੂੰ ਤੇ ਸਾਧ, ਸਾਧ ਆਖਿਆ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਬੀਬਾ ਤੈਨੂੰ ਸ਼ਾਬਾਸ਼ ਹੈ, ਤੈਨੂੰ ਸ਼ਾਬਾਸ਼ ਹੈ ਜੇ ਤੂੰ ਇਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕੀਤਾ ਹੈ। ਤਾਉ ਜੇ ਸਿੱਖ ਸੰਗਤ ਇਨ ਚੀਤ, ਸਭ ਕੋ ਹੋਏ ਕਿਸ ਰੀਤ ਪ੍ਰਤੀਤ। ਫਿਰ ਗੁਰਦੇਵ ਜੀ ਕਹਿਣ ਲੱਗੇ ਵੀ ਤੇਰੇ ਮਨ ਵਿੱਚ ਇਹ ਭਾਵ ਕਿਵੇਂ ਬਣਿਆ ਵੀ ਮਰਦ ਜਿਹੜਾ ਹੈ ਉਹਦਾ ਮੂੰਹ ਨਹੀਂ ਫਟਕਾਰਨਾ, ਜਿਹੜਾ ਮਰਦ ਹੈ ਇਹ ਰੱਬ ਦੀ ਨਿਆਮਤ ਹੈ, ਇਹ ਤੇਰੇ ਮਨ ਵਿੱਚ ਭਾਵ ਕਿਵੇਂ ਬਣਿਆ? ਭਾਵ ਕਿਸੇ ਨੂੰ ਸਤਿਕਾਰ ਤੇ ਅਸੀਂ ਤਾਂ ਹੀ ਦਿਆਂਗੇ ਨਾ ਜੇ ਉਹਦੇ ਪ੍ਰਤੀ ਸਾਡੀ ਕੋਈ ਸ਼ਰਧਾ ਹੈ,
ਜੇ ਉਹਦੇ ਪ੍ਰਤੀ ਸਾਡਾ ਕੋਈ ਵਿਸ਼ਵਾਸ ਹੈ ਤੇ ਵਿਸ਼ਵਾਸ ਤੇ ਸ਼ਰਧਾ ਤਾਂ ਵੱਜਦੀ ਹੈ ਜੇ ਉਹਦਾ ਕੋਈ ਮਹਾਨ ਕਾਰਜ ਅਸੀਂ ਵੇਖਿਆ ਹੋਵੇ, ਉਹਦੀ ਮਹਾਨਤਾ ਦੇ ਪ੍ਰਤੱਖ ਦਰਸ਼ਨ ਕੀਤੇ ਹੋਣ, ਫਿਰ ਸ਼ਰਧਾ ਵਿਸ਼ਵਾਸ ਭਰੋਸਾ ਵੱਧ ਜਾਂਦਾ ਹੈ। ਵੀ ਤੂੰ ਕਿਵੇਂ ਅੱਜ ਤੱਕ ਕਿਸੇ ਮਰਦ ਜ਼ਾਤ ਨੂੰ ਫਿਟਕਾਰਿਆ ਕਿਉਂ ਨਹੀਂ, ਇਹਦੇ ਪਿੱਛੇ ਕੀ ਰਹੱਸ ਹੈ, ਇਹਦੇ ਪਿੱਛੇ ਕੀ ਕਹਾਣੀ ਹੈ, ਸਾਰੀ ਸੰਗਤ ਨੂੰ ਤੁਸੀਂ ਖੋਲ ਕੇ ਦੱਸੋ। ਭਾਗਣ ਨਾਮ ਤ੍ਰਿਆ ਤਬ ਕਹਿਓ, ਮਹਾਰਾਜ ਸੁਣੀਐ ਜਿਮ ਚਾਹਿਓ। ਗੁਰਦੇਵ ਪਿਤਾ ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਗੁਰੂ ਕੀ ਸਿੱਖਣੀ ਪਿਆਰ ਸਹਿਤ ਕਹਿਣ ਲੱਗੀ, ਹੇ ਗੁਰਦੇਵ ਜੀ, ਜਿਵੇਂ ਆਪ ਜੀ ਦੀ ਆਗਿਆ ਹੈ ਮੈਂ ਤੁਹਾਨੂੰ ਸਾਰੀ ਕਹਾਣੀ ਮੁੱਢ ਤੋਂ ਸੁਣਾਨੀ ਹਾਂ। ਬਸਹਿ ਆਗਰੇ ਨਗਰ ਮਹਾਨ, ਪਾਤਸ਼ਾਹ ਮਮ ਪਿਤਾ ਦੀਵਾਨ। ਕਹਿਣ ਲੱਗੇ ਗੁਰਦੇਵ ਜੀ ਵੀ ਮੈਂ ਆਗਰੇ ਦੀ ਵਾਸੀ ਹਾਂ, ਮੇਰੇ ਪਿਤਾ ਜੀ ਕਿਸੇ ਸਮੇਂ ਜੋ ਬਾਦਸ਼ਾਹ ਸੀ, ਆਗਰੇ ਦਾ ਬਾਦਸ਼ਾਹ ਸੀ, ਉਹਦੇ ਦੀਵਾਨ ਰਹੇ ਨੇ, ਉਹਦੇ ਦੀਵਾਨ ਸਨ ਤੇ ਅਸੀਂ ਬੜਾ ਸੋਹਣਾ ਜੀਵਨ ਬਸ਼ਰ ਕਰ ਰਹੇ ਸਾਂ। ਸਭ ਪਰ ਹੁਕਮ ਦਰਬ ਬਹੁ ਆਵੈ, ਸਰਬਕਾਰ ਸਰਕਾਰ ਚਲਾਵੈ। ਮੇਰੇ ਪਿਤਾ ਜੀ ਦੀ ਜਿਹੜੀ ਪਦਵੀ ਅਹੁਦਾ ਸੀ ਉਹ ਦੀਵਾਨ ਦਾ ਸੀ ਤੇ ਬੜਾ ਵੱਡਾ ਅਹੁਦਾ ਹੈ। ਜੋ ਲੈਣ ਦੇਣ, ਜੋ ਕਿਸੇ ਨੇ ਆਉਣਾ ਹੈ, ਬਾਦਸ਼ਾਹ ਨਾਲ ਕੰਮ ਹੈ, ਸਾਰਾ ਕੁਝ ਮੇਰੇ ਪਿਤਾ ਦੇ ਰਾਹੀ ਹੁੰਦਾ ਸੀ ਤੇ ਸਾਡੇ ਪਾਸ ਬੜਾ ਧਨ ਦੌਲਤ ਸੀ। ਬੜੀ ਕਿਰਪਾ ਦੇ ਨਾਲ, ਵਾਹਿਗੁਰੂ ਦੇ ਨਾਲ ਕਾਰਜ ਜੀਵਨ ਸੋਹਣਾ ਚੱਲ ਰਿਹਾ ਸੀ। ਚਿਰੰਕਾਲ ਲਗ ਕਾਰਜ ਕਰਿਓ, ਸਮਾ ਪੂਜਿਓ ਮੇਰੋ ਪਿਤ ਮਰਿਓ। ਬਹੁਤ ਲੰਬੇਰਾ ਸਮਾਂ ਉਹ ਬਾਦਸ਼ਾਹ ਦੇ ਦੀਵਾਨ ਮੇਰੇ ਪਿਤਾ ਜੀ ਰਹੇ, ਪਰ ਉਹਨਾਂ ਦੀ ਔਧ ਪੁੱਗ ਗਈ, ਭਾਵ ਇਸ ਮਾਤ ਲੋਕ ਤੋਂ ਜਦੋਂ ਉਹ ਕੂਚ ਕਰ ਗਏ। ਪਾਤਸ਼ਾਹ ਨੇ ਜਬ ਹੀ ਸੁਨਿਓ, ਨਿਜ ਲੋਕਨ ਸੋ ਤਤ ਛਿਨ ਭਨਿਓ। ਜਦੋਂ ਬਾਦਸ਼ਾਹ ਨੇ ਸੁਣਿਆ ਵੀ ਦੀਵਾਨ ਮਰ ਗਿਆ ਹੈ ਮੇਰਾ, ਤੇ ਉਸ ਦੀਵਾਨ ਕੋਲ ਜੋ ਪਦਵੀ ਸੀ, ਜੋ ਸਰਕਾਰ ਵੱਲੋਂ ਜਾਂ ਬਾਦਸ਼ਾਹ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਸਨ, ਨਿਆਮਤਾਂ ਦਿੱਤੀਆਂ ਹੋਈਆਂ ਸਨ, ਕਹਿੰਦੇ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਤਾਂ ਉਸ ਵਕਤ ਉਸਨੇ ਆਪਣੇ ਅਹਿਲਕਾਰ, ਆਪਣੇ ਚੌਧਰੀ ਸਾਡੇ ਘਰ, ਸਾਡੇ ਨਗਰ ਭੇਜ ਦਿੱਤੇ। ਚੌਂਕੀ ਦੇਹੋ ਬਿਠਾਏ ਤਿਸ ਦੁਆਰੇ, ਵਸਤ ਸੰਭਾਰਹੁ ਭੇਰਹੁ ਤਾਰੇ। ਉਹਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਵੀ ਇਸ ਦੀਵਾਨ ਦੇ ਘਰ ਦੇ ਅੱਗੇ ਹੁਣ ਇੱਕ ਚੌਂਕੀ ਬਿਠਾ ਦਿਓ, ਭਾਵ ਪਹਿਰਾ ਬਿਠਾ ਦਿਓ, ਸਿਪਾਹੀ ਬਿਠਾ ਦਿਓ। ਤੇ ਚੌਂਕੀ ਬਿਠਾਉਣ ਤੋਂ ਬਾਅਦ ਜੋ ਦੀਵਾਨ ਦੀਆਂ ਵਸਤੂਆਂ, ਜੋ ਪਦਾਰਥ ਉਹਦੇ ਸਨ, ਉਹਦੇ ਨਾਮ ਲੱਗਦੇ ਸਨ, ਉਹਨਾਂ ਸਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਵੋ। ਤਿਸ ਕੇ ਪੁੱਤਰ ਹੋਏ ਜੇ ਕੋਈ, ਮੋਹਿ ਢਿਗ ਜਾਏ ਆਨਿਐ ਸੋਈ। ਹੁਕਮ ਕੀਤਾ ਆਪਣੇ ਅਹਿਲਕਾਰਾਂ ਨੂੰ ਬਾਦਸ਼ਾਹ ਨੇ ਵੀ ਜਿਹੜਾ ਦੀਵਾਨ ਮਰ ਗਿਆ ਹੈ, ਜੇ ਤਾਂ ਉਹਦਾ ਕੋਈ ਪੁੱਤਰ ਹੈ ਤਾਂ ਮੈਨੂੰ ਆ ਕਰਕੇ ਉਸ ਗੱਲ ਦੀ ਖਬਰ ਦਿੱਤੀ ਜਾਵੇ। ਤੂਰਨ ਸ਼ਾਹੇ ਸਿਪਾਹੀ ਆਏ, ਸਭ ਦੁਆਰਣ ਤਾਰ ਭਿਰਵਾਏ। ਬਾਦਸ਼ਾਹ ਦਾ ਹੁਕਮ ਮੰਨ ਕੇ ਉਹਦੇ ਅਹਿਲਕਾਰ ਆਏ, ਸਿਪਾਹੀ ਆਏ, ਸਾਰੇ ਉਹਦੇ ਘਰ ਦੇ ਮਾਲ ਸਾਬ ਜਿੰਨਾ ਉਹਦੇ ਪਾਸ ਸੀ ਉਹਨੂੰ ਸਾਰਿਆਂ ਨੂੰ ਉਹਨਾਂ ਨੇ ਤਾਲੇ ਲਾ ਦਿੱਤੇ, ਬੰਦ ਕਰ ਦਿੱਤਾ, ਚੌਂਕੀ ਬਿਠਾ ਦਿੱਤੀ, ਪਹਿਰਾ ਬਿਠਾ ਕੇ ਫਿਰ ਬਾਦਸ਼ਾਹ ਦੇ ਪਾਸ ਅਹਿਲਕਾਰ ਆਉਂਦੇ ਹਨ। ਹਮਰੇ ਨਰ ਹਟਾਏ ਸਮੁਦਾਈ, ਚੌਂਕੀ ਕਰ ਤਾਕੀਦ ਬਿਠਾਈ। ਇਹ ਬੀਬੀ ਸਾਰੀ ਸਾਖੀ ਕਹਾਣੀ ਗੁਰੂ ਸਾਹਿਬ ਜੀ ਤੇ ਸੰਗਤ ਨੂੰ ਸੁਣਾ ਰਹੀ ਵੀ ਦਾਤਾ ਜੀ ਜਦੋਂ ਮੇਰੇ ਪਿਤਾ ਜੀ ਗੁਜ਼ਰ ਗਏ, ਉਹ ਬਾਦਸ਼ਾਹ ਦੀ ਚੌਂਕੀ ਬੈਠ ਗਈ। ਜੋ ਸਾਡੇ ਸ਼ਰੀਕ ਸਨ ਜਾਂ ਸਾਡੇ ਲੋਕ ਸਨ, ਉਹਨਾਂ ਸਾਰਿਆਂ ਨੂੰ ਪਰਾਂ ਕਰ ਦਿੱਤਾ, ਕਿਸੇ ਨੂੰ ਵੀ ਸਾਡੇ ਪਾਸ, ਸਾਡੇ ਲਾਗੇ ਨਹੀਂ ਲੱਗਣ ਦਿੱਤਾ, ਤੇ ਸਾਰਾ ਮਾਲ ਅਸਬਾਬ ਜਿਹੜਾ ਸੀ ਉਹ ਸਾਰੇ ਨੂੰ ਜ਼ਬਤ ਕਰ ਲਿਆ। ਬੂਝ ਵਾਰਤਾ ਹਮ ਤੇ ਸਾਰੀ, ਜਾਏ ਸ਼ਾਹ ਕੇ ਪਾਸ ਉਚਾਰੀ। ਤੇ ਸਾਡੇ ਤੋਂ ਸਾਰੀ ਜਾਣਕਾਰੀ ਲੈ ਲਈ, ਜੋ ਜੋ ਉਸ ਪਰਿਵਾਰ ਦੇ ਜੀ ਸਨ, ਜੋ ਦੀਵਾਨ ਦੇ ਦੀਵਾਨ ਦੇ ਸੰਬੰਧੀ ਸਨ, ਕਹਿੰਦੇ ਸਾਡੇ ਕੋਲ ਸਾਰੀ ਜਾਣਕਾਰੀ ਲੈ ਕਰਕੇ ਅਹਿਲਕਾਰਾਂ ਨੇ ਬਾਦਸ਼ਾਹ ਨੂੰ ਜਾ ਕਰਕੇ ਹੂ ਬਹੂ ਦੱਸ ਦਿੱਤੀ। ਸਪਤ ਸੁਤਾ ਤਿਸ ਕੇ ਘਰ ਮਾਹੀ, ਅਸ਼ਟਮ ਹੈ ਅਧਾਨ ਤ੍ਰਿਆ ਤਾਹੀ।
ਕਹਿਣ ਲੱਗੇ ਅਹਿਲਕਾਰ ਜਾ ਕੇ ਬਾਦਸ਼ਾਹ ਨੂੰ ਕਹਿੰਦੇ ਵੀ ਬਾਦਸ਼ਾਹ ਜੀ ਦੀਵਾਨ ਜੀ ਤਾਂ ਗੁਜ਼ਰ ਗਏ ਨੇ ਤੇ ਉਹਦੇ ਘਰ ਸਪਤ ਸੁਤਾ, ਸਪਤ ਕਹਿੰਦੇ ਆ ਸੱਤ, ਸੁਤਾ ਸੁਤਾ ਦਾ ਅਰਥ ਹੁੰਦਾ ਹੈ ਸੁੱਤ ਹੋਵੇ ਤਾਂ ਪੁੱਤਰ, ਜੇ ਸੁਤਾ ਹੋਵੇ ਕੰਨਾ ਲੱਗ ਜੇ ਤੇ ਅਰਥ ਬਣ ਜਾਂਦਾ ਧੀ। ਕਹਿਣ ਲੱਗੇ ਵੀ ਉਸ ਦੀਵਾਨ ਦੀਆਂ 7 ਧੀਆਂ ਨੇ ਤੇ ਉਸ ਦੀਵਾਨ ਦੀ ਜਿਹੜੀ ਘਰ ਵਾਲੀ ਹੈ ਉਹਦੀ ਕੁੱਖ ਨੂੰ ਫਿਰ ਭਾਗ ਲੱਗਣ ਵਾਲਾ ਹੈ। ਪਤਾ ਨਹੀਂ ਹੁਣ ਉਹਦੀ ਕੁੱਖ ਦੇ ਵਿੱਚ ਪੁੱਤਰ ਹੈ ਕਿ ਧੀ ਹੈ, ਇਹ ਰੱਬ ਜਾਣਦਾ ਹੈ, ਇਹ ਸਮਾਂ ਦੱਸੇਗਾ। ਪਰ ਇਸ ਵਕਤ ਉਸ ਦੀਵਾਨ ਦੀਆਂ 7 ਧੀਆਂ ਹਨ। ਭਰਾਤਾ ਬੰਧ ਅਪਰ ਨਹਿ ਕੋਈ, ਜੋ ਨਿਕੇਤ ਕੋ ਮਾਲਕ ਹੋਈ। ਤੇ ਉਸ ਦੀਵਾਨ ਦਾ ਨਾ ਕੋਈ ਭਰਾਤਾ ਹੈ, ਭਰਾ ਵੀ ਨਹੀਂ, ਤੇ ਨਾ ਕੋਈ ਹੋਰ ਐਸਾ ਨਜ਼ਦੀਕੀ ਬੰਦਾ ਹੈ ਜੋ ਉਹਦੇ ਘਰ ਦਾ ਰੱਖ ਰਖਾਵ ਕਰ ਸਕੇ। ਪਾਤਸ਼ਾਹ ਇਮ ਸੁਨਤ ਉਚਾਰੀ, ਜਨਮੈ ਜਬ ਲੋ ਲਿਹੋ ਨਿਹਾਰੀ। ਅਹਿਲਕਾਰਾਂ ਨੂੰ ਬਾਦਸ਼ਾਹ ਕਹਿਣ ਲੱਗਾ ਵੀ ਜਿਤਨਾ ਸਮਾਂ ਦੀਵਾਨ ਦੀ ਇਸਤਰੀ ਦੇ ਘਰ ਅੰਦਰ ਉਹ ਅਗਲੀ ਔਲਾਦ ਨਹੀਂ ਆਉਂਦੀ, ਉਤਨਾ ਸਮਾਂ ਤੁਸੀਂ ਇੰਤਜ਼ਾਰ ਕਰੋ। ਹੋਏ ਪੁੱਤਰ ਤਉ ਕਰਹੁ ਖਲਾਸੇ, ਸੁਤਾ ਭਏ ਕਰ ਜਪਤ ਅਵਾਸੇ। ਤੇ ਹੁਕਮ ਕਰ ਦਿੱਤਾ ਵੀ ਜੇ ਤਾਂ ਸੁੱਤ ਪੈਦਾ ਹੋ ਗਿਆ, ਪੁੱਤਰ ਪੈਦਾ ਹੋ ਗਿਆ, ਤੇ ਜੋ ਇਹਨਾਂ ਦਾ ਮਾਲ ਅਸਬਾਬ ਜ਼ਬਤ ਕੀਤਾ ਹੈ, ਜੋ ਉਹਨਾਂ ਦੀ ਧਨ ਦੌਲਤ ਜ਼ਬਤ ਕੀਤੀ, ਉਹ ਸਾਰਾ ਖਲਾਸੇ, ਖਲਾਸੇ ਦਾ ਅਰਥ ਉਹਨੂੰ ਮੁਕਤ ਕਰ ਦਿਓ, ਛੱਡ ਦਿਓ, ਕਿਉਂਕਿ ਵਾਰਸ ਆ ਜਾਏਗਾ। ਤੇ ਜੇ ਧੀ ਪੈਦਾ ਹੋ ਗਈ ਤੇ ਫਿਰ ਉਹ ਮਾਲ ਸਬਾਬ ਜੋ ਸਰਕਾਰ ਦਾ, ਸਰਕਾਰ ਨੇ, ਬਾਦਸ਼ਾਹੀ ਨੇ ਦਿੱਤਾ ਹੈ, ਉਸ ਸਾਰੇ ਨੂੰ ਜ਼ਬਤ ਕਰ ਲਿਆ ਜੇ। ਹੁਕਮ ਮਾਨ ਚੌਂਕੀ ਥਿਰ ਦਵਾਰੇ, ਪੁਜੇ ਗਰਭ ਕੇ ਜਬ ਦਿਨ ਸਾਰੇ। ਕਹਿੰਦੇ ਉਤਨਾ ਸਮਾਂ ਸਾਡੇ ਘਰ ਦੇ ਅੱਗੇ ਚੌਂਕੀ ਬੈਠੀ ਰਹੀ, ਤੇ ਜਦੋਂ ਅਸੀਂ ਤਾਂ ਬੱਚੇ ਸਾਂ, ਉਹ ਬੀਬੀ ਇਹ ਸਾਰੀ ਕਹਾਣੀ ਸੁਣਾ ਰਹੀ ਕਿ ਜਦੋਂ ਮੇਰੀ ਮਾਤਾ ਦੇ ਘਰ ਅੰਦਰ 8ਵੀਂ ਸੰਤਾਨ ਨੇ ਜਨਮ ਲਿਆ। ਜਨਮਿਓ ਪੁੱਤਰ ਤਹਾਂ ਸਭ ਜੋਵਾ, ਮੰਗਲ ਕੋ ਉਤਸਵ ਬਹੁ ਹੋਵਾ। ਕਹਿਣ ਲੱਗੇ ਸਾਡੇ ਘਰ ਅੰਦਰ ਵਾਹਿਗੁਰੂ ਨੇ, ਪਰਮਾਤਮਾ ਨੇ ਮਿਹਰ ਕੀਤੀ ਵੀ ਇੱਕ ਮਰਦ ਆਇਆ, ਸਾਡਾ ਭਰਾ ਆਇਆ, ਮਾਤਾ ਦਾ ਪੁੱਤਰ ਆਇਆ, ਸਾਰੇ ਘਰ ਵਿੱਚ ਰੌਣਕ ਹੋ ਗਈ, ਮੰਗਲ ਹੋ ਗਿਆ, ਉਤਸਵ ਹੋ ਗਿਆ। ਤੇ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਦੀਵਾਨ ਦੇ ਘਰ ਅੰਦਰ ਇੱਕ ਬੇਟੇ ਦਾ ਜਨਮ ਹੋਇਆ ਹੈ। ਦੁੰਦਬ ਬਜੇ 9 ਬਤੈ ਬਾਜੀ, ਸਭ ਪਰਿਵਾਰ ਭਇਓ ਬਹੁ ਰਾਜ਼ੀ। ਕਹਿਣ ਲੱਗੇ ਫਿਰ ਖੁਸ਼ੀ ਦੇ ਵਾਜੇ ਵੱਜੇ, ਮੰਗਲ ਦੇ ਵਾਜੇ ਵੱਜੇ, ਸੰਗੀਤ ਹੋਇਆ, ਕਿਉਂਕਿ ਇਹਨਾਂ ਸਮਿਆਂ ਦੇ ਅੰਦਰ ਅਸੀਂ ਉਹਨਾਂ ਮਹਾਨ ਦੀਵਾਨਾਂ ਦੇ ਵਿੱਚ ਜੁੜੇ ਬੈਠੇ ਹਾਂ ਜੋ ਗੁਰਮਤਿ ਸੰਗੀਤ ਨਾਲ ਹੀ ਸੰਬੰਧਿਤ ਨੇ। ਜਿਹੜੇ ਸਾਜ਼ ਨੇ ਨਾ, ਸਾਜ਼, ਇਹਨਾਂ ਦੇ ਰਾਹੀਂ ਮਨੁੱਖ ਵੀ ਇੱਕ ਸਾਜ਼ ਹੀ ਹੈ। ਜੋ ਕੁਝ ਸਾਜ਼ ਸਾਨੂੰ ਸੰਸਾਰ ਵਿੱਚ ਦਿਸਦੇ ਨੇ ਨਾ, ਇਹ ਬਾਹਰੋਂ ਨਹੀਂ ਬਣੇ, ਉਹ ਜੋ ਕੁਝ ਬਣਿਆ ਹੈ ਮਨੁੱਖ ਦੇ ਆਪਣੇ ਅੰਦਰੋਂ ਪੈਦਾ ਹੋਇਆ। ਇਤਿਹਾਸਕਾਰ ਕਹਿ ਲਈਏ ਜਾਂ ਰੱਬ ਦੇ ਪਿਆਰੇ ਜਿਨ੍ਹਾਂ ਨੇ ਇਹ ਸਾਜ਼ ਵਜਾਏ ਤੇ ਬਣਾਏ, ਉਹਨਾਂ ਦੀ ਜੀਵਨੀ ਪੜ੍ਹੀਏ ਤੇ ਉਹ ਗੱਲਾਂ ਆਖਦੇ ਨੇ ਵੀ ਜੈਸਾ ਜੈਸਾ ਸਾਜ਼ ਕਿਸੇ ਨੂੰ ਅੰਦਰੋਂ ਸੁਣਿਆ ਨਾ, ਵੈਸੇ ਵੈਸੇ ਸਾਜ਼ ਨੂੰ ਉਹਨਾਂ ਨੇ ਬਾਹਰ ਨਿਜਾਤ ਕਰ ਦਿੱਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਉਮਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਰਵਾਬ ਤੇ ਕੀਰਤਨ ਕਰਦੇ ਰਹੇ। ਜਦੋਂ ਪਿਛਲੇ ਕਿਸੇ ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ, ਸਨਾਤਨੀ ਧਰਮਾਂ ਦੇ ਮਹਾਂਪੁਰਖਾਂ ਨੂੰ ਦੇਖਦੇ ਹਾਂ, ਹਰ ਇੱਕ ਦੇ ਕੋਲ ਕੋਈ ਨਾ ਕੋਈ ਸਾਜ਼ ਹੁੰਦਾ ਸੀ। ਕ੍ਰਿਸ਼ਨ ਕੋਲ ਬੰਸਰੀ ਹੈ, ਸ਼ਿਵ ਕੋਲ ਡਮਰੂ ਹੈ, ਕਿਸੇ ਕੋਲ ਵੀਣਾ ਹੈ, ਕਿਸੇ ਕੋਲ ਵਾਜੰਤਰੀ ਹੈ, ਕਿਸੇ ਕੋਲ ਸੁਰ ਮੰਡਲ ਹੈ। ਭਾਵ ਇਹ ਸਾਰੇ ਸਾਜ਼ ਜੋ ਮਹਾਨ ਪੁਰਖਾਂ ਦੇ ਜੀਵਨ ਦੇ ਨਾਲ, ਚਿੱਤਰਾਂ ਦੇ ਨਾਲ ਸਾਨੂੰ ਦਿਸਦੇ ਨੇ, ਇਹ ਸਾਰੇ ਉਹਨਾਂ ਦੇ ਅੰਦਰ ਦੀ ਪੈਦਾਇਸ਼, ਉਹਨਾਂ ਦੇ ਅੰਦਰ ਸਾਜ਼ ਵੱਜਿਆ, ਉਹਨਾਂ ਦੇ ਅੰਦਰ ਸੰਗੀਤ ਵੱਜਿਆ, ਤੇ ਉਹ ਸੰਗੀਤ ਉਹਨਾਂ ਲੋਕਾਂ ਦੇ ਵਿੱਚ ਵੰਡਿਆ, ਤੇ ਉਹਨਾਂ ਸਾਜ਼ਾਂ ਦੇ ਵਿੱਚੋਂ ਆਵਾਜ਼ਾਂ ਨਿਕਲੀਆਂ। ਵੇਖੋ ਜਿਵੇਂ ਮਰਦ ਮਨੁੱਖ ਹੈ, ਮਨੁੱਖ ਇੱਕ ਵਾਜਾ ਹੈ, ਇੱਕ ਸਾਜ਼ ਹੀ ਹੈ, ਇਹਦੇ ਵਿੱਚ ਹਰ ਤਰ੍ਹਾਂ ਮਾਹੌਲ ਮੁਤਾਬਕ ਇਹਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ। ਖੁਸ਼ੀ ਦੇ ਮਾਹੌਲ ਵਿੱਚ ਬੈਠਾ ਹੋਵੇ, ਇਹ ਖੁਸ਼ੀ ਦੇ ਅੰਦਰ ਹੋਰ ਤਰ੍ਹਾਂ ਦੀਆਂ ਇਹਦੀਆਂ ਆਵਾਜ਼ਾਂ ਹੁੰਦੀਆਂ ਨੇ, ਮਾਹੌਲ ਐਸਾ ਹੁੰਦਾ ਹੈ। ਗਮੀ ਵਿੱਚ ਬੈਠਾ ਹੋਵੇ ਤੇ ਗਮ ਵੇਲੇ ਇਹਦੇ ਸੁਰ, ਇਹਦੀ ਆਵਾਜ਼, ਇਹਦੀ ਬੋਲ ਚਾਲ ਹੋਰ ਤਰ੍ਹਾਂ ਦੀ ਹੁੰਦੀ ਹੈ, ਇੱਕੋ ਹੀ ਸਾਜ਼, ਪਰ ਸਮੇਂ ਮੁਤਾਬਕ ਬੰਦਾ ਆਪਣੀ ਸੁਰ ਤਾਲ ਲੈ ਬਦਲ ਲੈਂਦਾ ਹੈ। ਇਸੇ ਤਰ੍ਹਾਂ ਹੀ ਸਾਜ਼ ਨੇ, ਜਿਹੋ ਜਿਹੇ ਮੌਕੇ ਤੇ ਇਹਨਾਂ ਨੂੰ ਵਜਾਇਆ ਜਾਂਦਾ ਹੈ,
ਉਹੋ ਜੀ ਸੁਰ ਲੈ ਤਾਲ ਇਹਨਾਂ ਦੀ ਹੁੰਦੀ ਹੈ। ਜਦੋਂ ਖੁਸ਼ੀ ਵੇਲੇ ਵੱਜਦੇ ਨੇ ਹੋਰ ਤਰ੍ਹਾਂ ਵਜਾਏ ਜਾਂਦੇ ਨੇ, ਹੋਰ ਗੀਤ ਨਾਦ ਵੱਜਦੇ ਨੇ, ਹੋਰ ਤਰ੍ਹਾਂ ਦਾ ਚੰਚਲਤਾਈ ਵਾਲਾ ਸੰਗੀਤ ਇਹਨਾਂ ਚੋਂ ਨਿਕਲਦਾ ਹੈ। ਵਿਰਾਗਮਈ ਵੇਲੇ ਉਸ ਵਕਤ ਇਹਨਾਂ ਦੇ ਵਿੱਚੋਂ ਹੋਰ ਤਰ੍ਹਾਂ ਦਾ ਬਿਰਹਾ ਦਾ ਸੰਗੀਤ ਨਿਕਲਦਾ ਹੈ। ਤੇ ਗਮ ਦੇ ਮੌਕੇ ਹੋਣ ਤੇ ਉਸ ਵਕਤ ਗਮਨੀਕ ਸਾਜ਼ ਦੇ ਵਿੱਚੋਂ ਸੰਗੀਤ ਧੁਨ ਲੈ ਨਿਕਲਦੀ ਹੈ। ਇਹ ਵਜਾਉਣ ਵਾਲੇ ਦੇ ਹੱਥ ਵਿੱਚ ਹੁੰਦਾ ਹੈ ਵੀ ਉਹਦੇ ਕੋਲੇ ਕਲਾ ਹੁੰਦੀ ਹੈ, ਵੀ ਜਿਸ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦਾ ਸਾਜ਼ ਉਹ ਵਜਾ ਲੈਂਦਾ ਹੈ। ਮਨੁੱਖ ਦੇ ਵਿੱਚੋਂ ਹੀ ਪੈਦਾ ਹੋਏ ਨੇ ਸਾਰੇ ਸਾਜ਼। ਜੋ ਜੋ ਉਹਨੇ ਸੁਣਿਆ, ਜੋ ਜੋ ਉਹਨੂੰ ਦਿਖਿਆ, ਜੋ ਜੋ ਉਹਨੇ ਮਾਣਿਆ, ਅਨੁਭਵ ਕੀਤਾ, ਉਹਨੇ ਹੋਰਾਂ ਲੋਕਾਂ ਦੇ ਨਾਲ, ਕਿਉਂਕਿ ਸਮਾਜਿਕ ਪ੍ਰਾਣੀ ਹੈ ਨਾ ਬੰਦਾ, ਇਹ ਕਦੀ ਕੁਝ ਵੀ ਇਕੱਲਾ ਨਹੀਂ ਰੱਖਦਾ। ਇਹਨੂੰ ਵੰਡਣ ਦੀ ਰੱਬ ਨੇ, ਖੁਦਾ ਨੇ, ਪਰਮਾਤਮਾ ਨੇ ਧੁਰ ਤੋਂ ਹੀ ਇਹਨੂੰ, ਭਾਵੇਂ ਇਹਦੇ ਦੁੱਖ ਨੇ ਭਾਵੇਂ ਇਹਦੇ ਸੁੱਖ ਨੇ, ਕੋਈ ਜੋ ਦਾਤ ਪ੍ਰਾਪਤ ਕਰਦਾ ਹੈ ਇਹ ਵੰਡੇ ਬਿਨਾ ਨਹੀਂ ਰਹਿ ਸਕਦਾ। ਮਨੁੱਖ ਨੂੰ ਇਹ ਨਿਆਮਤ ਦਿੱਤੀ ਹੈ ਰੱਬ ਨੇ ਕਿ ਇਹਦੇ ਪਾਸ ਜੋ ਹੈ ਉਹ ਇਹ ਵੰਡਦਾ। ਦੁਖੀ ਬੰਦੇ ਕੋਲ ਬਹਿ ਜਾਓ ਉਹ ਦੁੱਖ ਵੰਡੇਗਾ ਆਪਣੇ, ਸੁਖੀ ਕੋਲ ਬਹਿ ਜਾਓ ਉਹ ਆਪਣੇ ਸੁੱਖਾਂ ਦੀ ਗੱਲ ਕਰੇਗਾ, ਮੇਰੇ ਕੋਲ ਆ ਹੈ, ਮੇਰੇ ਕੋਲ ਆ ਹੈ। ਕਿਸੇ ਵੀ ਬੰਦੇ ਕੋਲ ਬੈਠ ਜਾਓ, ਗੁਣੀ ਬੰਦੇ ਕੋਲ ਬੈਠ ਜਾਓ ਆਪਣੇ ਗੁਣਾਂ ਦੀ ਗੱਲ ਕਰੇਗਾ, ਕਿਸੇ ਵਿਦਵਾਨ ਕੋਲ ਬੈਠ ਜਾਓ ਆਪਣੀ ਵਿਦਿਆ ਦੀ ਗੱਲ ਕਰੇਗਾ, ਕਿਸੇ ਮੂਰਖ ਕੋਲ ਬੈਠ ਜਾਓ ਉਹ ਆਪਣੀ ਮੂਰਖਤਾ ਦੇ ਗੁਣ ਵੰਡੇਗਾ, ਚਤੁਰਾਈ ਦੇ ਗੁਣ ਵੰਡੇਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਬੰਦੇ ਦੀ ਫਿਦਰਤ ਵਿੱਚ ਹੈ, ਇਹ ਮਨੁੱਖ ਦੀ ਫਿਦਰਤ ਵਿੱਚ ਹੈ। ਜੋ ਕੁਝ ਇਹਨੂੰ ਮਿਲਦਾ ਹੈ ਇਹ ਵੰਡੇ ਬਿਨਾ ਨਹੀਂ ਰਹਿ ਸਕਦਾ। ਇਲਾਹੀ ਪੁਰਖਾਂ ਦੀ ਗੱਲ, ਪੈਗੰਬਰਾਂ ਦੀ ਗੱਲ ਅਸੀਂ ਕਰੀਏ, ਅਵਤਾਰਾਂ ਦੀ ਗੱਲ ਅਸੀਂ ਕਰੀਏ, ਗੁਰੂਆਂ ਪੀਰਾਂ ਦੀ ਗੱਲ ਅਸੀਂ ਕਰੀਏ, ਉਹ ਕਿੰਨੇ ਮਹਾਨ ਸਨ, ਉਹਨਾਂ ਨੂੰ ਕਿੰਨਾ ਵੱਡਾ ਸਰਮਾਇਆ ਰੱਬ ਦੇ ਘਰੋਂ ਮਿਲਿਆ। ਉਹਨਾਂ ਸੰਸਾਰ ਵਿੱਚ ਵੰਡਿਆ, ਉਹਨਾਂ ਸੰਸਾਰ ਨੂੰ ਰਹਿਮਤਾਂ ਦਿੱਤੀਆਂ, ਸੁੱਖ ਦਿੱਤੇ, ਜੀਵਨ ਜਾਚਾਂ ਦਿੱਤੀਆਂ, ਕਿਉਂਕਿ ਉਹ ਲੈ ਕੇ ਆਏ ਸਨ। ਇਸੇ ਤਰ੍ਹਾਂ ਇਹ ਸਾਜ਼ ਜਿਹੜੇ ਨੇ, ਸੰਗੀਤ ਦੇ ਸਾਜ਼ ਨੇ, ਇਹ ਮਾਹੌਲ ਦੇ ਹਿਸਾਬ ਨਾਲ ਵਿਦਵਾਨਾਂ ਨੇ, ਸਿਆਣੇ ਪੁਰਖਾਂ ਨੇ 5 ਤਰ੍ਹਾਂ ਦੇ ਸਾਜ਼ ਮੰਨੇ ਨੇ। ਅਸੀਂ ਬਾਣੀ ਵਿੱਚ ਵੀ ਜਦੋਂ ਸ਼ਬਦ ਪੜ੍ਹਦੇ ਹਾਂ ਕਈ ਥਾਵਾਂ ਤੇ ਪੰਜ ਸ਼ਬਦ ਆਉਂਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ, ਉੱਥੇ ਵੀ 5 ਸ਼ਬਦ ਅਸੀਂ ਪੜ੍ਹਦੇ ਹਾਂ। ਭਾਵ 5 ਤਰ੍ਹਾਂ ਦਾ ਨਾਦ, 5 ਤਰ੍ਹਾਂ ਦਾ ਸੰਗੀਤ ਮੰਨਿਆ ਜਾਂਦਾ ਹੈ। ਇੱਕ ਸੰਗੀਤ ਹੈ ਤਤ, ਤਤ ਦਾ ਅਰਥ ਹੈ ਜਿਹੜੇ ਤਾਰ ਤੋਂ ਪੈਦਾ ਹੋਏ। ਰਬਾਬ ਜਿਹੜੀ ਹੈ ਤਾਰ ਵਾਲਾ ਸੰਗੀਤ ਹੈ, ਜਿਹਨੂੰ ਤੰਤੀ ਸਾਜ਼, ਜੋ ਇਸ ਪਾਵਨ ਸਥਾਨ ਤੇ ਜਿਹੜੇ ਸਾਜ਼ ਸਿਖਾਏ ਜਾਂਦੇ ਨੇ, ਗੁਰਮਤਿ ਦੇ ਸਾਜ਼ ਨੇ, ਉਹਨਾਂ ਨੂੰ ਤੰਤੀ ਸਾਜ਼ ਕਿਹਾ ਜਾਂਦਾ, ਤਤਵ ਸਾਜ਼ ਕਿਹਾ ਜਾਂਦਾ, ਤਤ ਸਾਜ਼। ਭਾਵ ਜਿਹੜੇ ਤਾਰਾਂ ਦੇ ਰਾਹੀਂ, ਵੀਣਾ ਹੈ, ਰਬਾਬ ਹੈ, ਹੋਰ ਕਈ ਤਰ੍ਹਾਂ ਦੇ ਸਾਜ਼ ਨੇ, ਦਿਲਰੁਬਾ ਹੈ, ਇਹ ਸਾਰੇ ਤਾਰਾਂ ਵਾਲੇ ਸਾਜ਼ ਨੇ। ਇੱਕ ਸਾਜ਼ ਤਾਰਾਂ ਵਾਲਾ ਹੈ। 5 ਤਰ੍ਹਾਂ ਦੇ ਨਾਦ ਨੇ, 5 ਤਰ੍ਹਾਂ ਦੇ ਸਾਜ਼ਾਂ ਤੋਂ ਸੰਗੀਤ ਪੈਦਾ ਹੁੰਦਾ। ਦੂਸਰਾ ਹਨ ਵ੍ਰਿਤ ਸਾਜ਼, ਜਿਹੜੇ ਚਮੜੇ ਤੇ ਮੜ ਕੇ ਬਣਾਏ ਜਾਂਦੇ ਨੇ। ਢੋਲ ਹੈ, ਮਿਰਦੰਗ ਹੈ, ਤਬਲਾ ਹੈ, ਢੋਲਕੀ ਹੈ, ਇਹ ਸਾਰੇ ਵ੍ਰਿਤ ਸਾਜ਼ ਹਨ ਜਿਹੜੇ ਕਿਸੇ ਚਮੜੇ ਨੂੰ ਮੜ ਕੇ ਬਣਾਏ ਜਾਂਦੇ ਨੇ। ਇਹ ਵੀ ਗੁਰਮਤਿ ਦਾ ਸਾਜ਼ ਹੈ। ਫਿਰ ਘਣ ਸਾਜ਼ ਹੈ। ਘਣ ਦਾ ਭਾਵ ਹੈ ਜਿਹੜੇ ਧਾਤੂ ਦੇ ਟਕਰਾਅ ਤੋਂ ਬਣਦੇ, ਆਵਾਜ਼ ਕੱਢਦੇ ਨੇ। ਛੈਣੇ ਹੈ, ਚਿਮਟਾ ਹੈ, ਇਹ ਜਿਹੜੇ ਟੱਲੀਆਂ ਹੈ, ਘੜਿਆਲ ਹੈ, ਘੜਿਆਲ ਵੱਜਦਾ ਹੈ, ਛੈਣੇ ਵੱਜਦੇ ਨੇ, ਚਿਮਟਿਆਂ ਨਾਲ ਵੀ ਕੀਰਤਨ ਹੁੰਦਾ ਹੈ। ਇਹ ਧਾਤੂ ਸਾਜ਼ ਹੈ, ਇਹਨਾਂ ਨੂੰ ਘਣ ਕਿਹਾ ਜਾਂਦਾ ਹੈ। ਫਿਰ ਚੌਥਾ ਸਾਜ਼ ਹੈ ਨਾਦ ਸਾਜ਼। ਨਾਦ ਦਾ ਅਰਥ ਹੈ ਜੋ ਖਾਲੀ ਪੜਾਅ ਦੇ ਵਿੱਚੋਂ ਸੰਗੀਤ ਪੈਦਾ ਹੁੰਦਾ। ਘੜਾ ਆਦਿਕ ਹਰਿਆਣੇ ਦਾ ਸਾਜ਼ ਹੈ। ਹਰਿਆਣਵੀ ਲੋਕ ਆਪਣੀਆਂ ਰਾਗਣੀਆਂ ਗਾਉਂਦੇ, ਸਭ ਤੋਂ ਜ਼ਿਆਦਾ ਉਹਨਾਂ ਦਾ ਮਕਬੂਲ ਸਾਜ਼ ਜਿਹੜਾ ਉਹ ਘੜਾ ਹੈ। ਉਹਦੇ ਉੱਤੇ ਇੱਕ ਬੰਨ ਕੇ ਰਬੜ ਜੀ ਉਸ ਨੂੰ ਵਜਾਉਂਦੇ ਨੇ, ਖਲਾ ਵਿੱਚੋਂ ਪੈਦਾ ਹੁੰਦਾ ਨਾਦ, ਉਹ ਘੜਾ ਇਤਿਆਦਿਕ ਬੜਾ ਸੁੰਦਰ ਵੱਜਦਾ ਹੈ, ਬੜੀ ਮਨਮੋਹਕ ਉਹਦੀ ਆਵਾਜ਼ ਹੁੰਦੀ ਹੈ, ਉਹਨੂੰ ਨਾਦ ਕਿਹਾ ਜਾਂਦਾ ਹੈ। ਫਿਰ ਪੰਜਵਾਂ ਹੈ ਸੁਖਿਰ, ਜਿਹੜਾ ਫੂਕ ਨਾਲ ਵੱਜਦੇ ਸਾਜ਼ ਨੇ। ਸੰਖ ਹੈ, ਮੁਰਲੀ ਹੈ, ਬਾਂਸੁਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਇਹ ਸਾਰੇ ਸਾਜ਼ ਜਿਹੜੇ ਨੇ ਇਹ ਸੁਖਿਰ ਅਖਵਾਉਂਦੇ ਨੇ, ਜਿਹੜੇ ਫੂਕ ਨਾਲ ਵਜਾਏ ਜਾਂਦੇ। ਇਹ 5 ਤਰ੍ਹਾਂ ਦੇ ਨਾਲ ਹੀ ਸੰਗੀਤ ਪੈਦਾ ਹੁੰਦਾ, ਧਾਤੂ ਦੇ ਨਾਲ, ਚਮੜੇ ਦੇ ਨਾਲ, ਖਲਾ ਦੇ ਨਾਲ, ਤਾਰ ਦੇ ਨਾਲ, ਤੇ ਸਾਡੀ ਫੂਕ ਦੇ ਨਾਲ, ਹਵਾ ਦੇ ਨਾਲ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਬਾਣੀ ਪੜ੍ਹੀਏ ਨਾ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖੀ ਸਰੀਰ ਨੂੰ ਵੀ ਵਾਜਾ ਹੀ ਆਖਦੇ ਨੇ, ਵੀ ਇਹ ਵੀ ਹਵਾ ਨਾਲ ਵੱਜਣ ਵਾਲੀ ਇੱਕ ਵਾਜਾ ਹੈ। ਜਿੰਨਾ ਚਿਰ ਸਵਾਸਾਂ ਦਾ, ਹਵਾ ਦਾ ਸਾਥ ਇਹਨੂੰ ਮਿਲੀ ਜਾਂਦਾ ਹੈ, ਉਹਨਾਂ ਚਿਰ ਇਹ ਵੱਜਦਾ, ਉਹਨਾਂ ਚਿਰ ਸੰਗੀਤ ਬੋਲਦਾ, ਉਹਨਾਂ ਚਿਰ ਸੁਰਾਂ ਲਾਪਦਾ। ਜਿਸ ਦਿਨ ਹਵਾ ਮੁੱਕ ਗਈ ਉਸ ਦਿਨ ਇਹ ਵਾਜਾ ਬਿਲਕੁਲ ਖਤਮ ਹੈ।
ਹਵਾ ਤੋਂ ਬਿਨਾ, ਪੱਖੇ ਤੋਂ ਬਿਨਾ ਵਾਜਾ ਵੱਜ ਨਹੀਂ ਸਕਦਾ। ਤੇ ਦਾਤਾ ਜੀ ਕਹਿੰਦੇ ਇਹਦੇ ਅੰਦਰ ਵੀ ਪ੍ਰਾਣਾ ਦਾ, ਹਵਾ ਦਾ ਹੀ ਸਾਥ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਭਾਵ ਹੈ ਕਿ ਪੌਣ ਦੇ ਆਸਰੇ ਹੀ ਅਸੀਂ ਵੱਜਦੇ ਹਾਂ। ਜੇ ਪੌਣ ਨਹੀਂ ਤੇ ਸਾਡੇ ਅੰਦਰੋਂ ਸ਼ਬਦ ਨਹੀਂ ਨਿਕਲ ਸਕਦੇ, ਸਾਡੇ ਅੰਦਰੋਂ ਬੋਲ ਅੱਖਰ ਬਣ ਹੀ ਨਹੀਂ ਸਕਦੇ। ਜਿੰਨਾ ਚਿਰ ਅਸੀਂ ਸਾਹ ਅੰਦਰ ਨਹੀਂ ਲਿਜਾਂਦੇ, ਉਹਨਾਂ ਚਿਰ ਅਸੀਂ ਬਾਹਰ ਕੱਢਣ ਦੇ ਨਾਲ ਹੀ ਸ਼ਬਦ ਲੈ ਕੇ ਆਉਂਦੇ ਹਾਂ। ਜਦੋਂ ਸਵਾਸ ਬਾਹਰ ਕੱਢਦੇ ਹਾਂ ਉਦੋਂ ਹੀ ਸਾਡੇ ਅੱਖਰ ਬਾਹਰ ਨਿਕਲਦੇ ਨੇ। ਜੇ ਸਵਾਸ ਅੰਦਰ ਗਿਆ ਤੇ ਬਿਨਾਂ ਸਵਾਸ ਬਾਹਰ ਲਿਆ ਤਾਂ ਅਸੀਂ ਅੱਖਰ ਨਹੀਂ ਬੋਲ ਸਕਦੇ, ਸ਼ਬਦ ਨਹੀਂ ਬੋਲ ਸਕਦੇ। ਇਹ ਸਾਜ਼ ਹਨ ਜਿਹੜੇ ਸਾਜ਼ਾਂ ਨੇ ਸੰਗੀਤ ਪੈਦਾ ਕੀਤਾ। ਤੇ ਸੰਗੀਤ ਦਾ ਮੁੱਖ ਮਕਸਦ ਸੀ ਕਿ ਮਨੁੱਖ ਨੂੰ ਇਕਾਗਰ ਚਿੱਤ ਕਰਨਾ, ਮਨੁੱਖ ਦੇ ਮਨ ਨੂੰ ਇਕਾਗਰ ਕਰਨਾ, ਮਨੁੱਖ ਦੀ ਚੰਚਲਤਾਈ ਨੂੰ ਘਟਾਉਣਾ। ਜਦੋਂ ਧਰਮ ਦੀ ਦੁਨੀਆ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਗਈ ਤੇ ਦੇਖਿਆ ਗਿਆ ਵੀ ਬੜੀਆਂ ਕੁਰੀਤੀਆਂ ਸੰਸਾਰ ਵਿੱਚ, ਕਿਉਂਕਿ ਹਰ ਵਸਤੂ ਨੂੰ ਬੰਦਾ ਆਪਣੀ ਅਕਲ ਮੁਤਾਬਕ, ਆਪਣੀ ਮਤ ਮੁਤਾਬਕ ਵਰਤਦਾ ਹੈ। ਇਸ ਕਰਕੇ ਕਈ ਧਰਮਾਂ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ। ਇਸਲਾਮ ਵਰਗੇ ਧਰਮਾਂ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ। ਉਹਦਾ ਵੱਡਾ ਕਾਰਨ ਇਹ ਸੀ ਕਿਉਂਕਿ ਸੰਗੀਤ ਹੀ ਐਸਾ ਆ ਗਿਆ, ਐਸੀ ਚੰਚਲਤਾ ਹੀ ਆ ਗਈ, ਐਸੀਆਂ ਸੁਰਾਂ ਲਾਪੀਆਂ ਜਾਣ ਲੱਗੀਆਂ ਕਿ ਜਿਸ ਸੰਗੀਤ ਨੇ ਲੋਕਾਂ ਦਾ ਜੀਵਨ ਬਣਾਉਣਾ ਸੀ, ਉਹਦੇ ਨਾਲ ਲੋਕ ਵਿਕਾਰੀ ਹੋ ਗਏ, ਵਿਸ਼ਿਆਗਾਮੀ ਹੋ ਗਏ, ਵਿਸ਼ਿਆਂ ਨਾਲ ਭਰੇ ਗਏ। ਤੇ ਉਸ ਵਕਤ ਫਿਰ ਕੁਝ ਧਰਮਾਂ ਦੇ ਅਹਿਲਕਾਰਾਂ, ਪੈਗੰਬਰਾਂ ਨੇ ਸੰਗੀਤ ਤੋਂ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ ਵੀ ਜਦੋਂ ਕੋਈ ਚੀਜ਼ ਦੀ ਦੁਰਵਰਤੋਂ ਹੀ ਇੰਨੀ ਹੈ ਫਿਰ ਉਹਦੀ ਮਨਾਹੀ ਹੋ ਜਾਂਦੀ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾਤਾਰ ਪਿਤਾ ਮਹਾਰਾਜ ਜੀ ਦੀ ਜਦੋਂ ਆਮਦ ਹੋਈ, ਸਤਿਗੁਰਾਂ ਨੇ ਸੰਗੀਤ ਨੂੰ ਮਾੜਾ ਨਹੀਂ ਕਿਹਾ। ਗੁਰਦੇਵ ਇੱਕ ਐਸੀ ਚੀਜ਼ ਹੈ ਜੋ ਸਾਡੇ ਅੰਤਰਾਤਮਾ ਨੂੰ ਇਕਾਗਰ ਕਰ ਸਕਦੀ ਹੈ। ਇੱਕ ਤਾਂ ਪਾਤਰ ਹੈ, ਇਸ ਪਾਤਰ ਵਿੱਚ ਜੋ ਪਰੋਸਿਆ ਜਾਏਗਾ ਬੰਦੇ ਨੂੰ ਉਹ ਮਿਲੇਗਾ। ਇਹਦੇ ਵਿੱਚ ਰੱਬ ਦੀ ਰਹਿਮਤ ਅਸੀਂ ਪਰੋਸ ਕੇ ਲੋਕਾਂ ਨੂੰ ਵੰਡਾਂਗੇ। ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੰਗੀਤ ਦੇ ਨਾਲ ਅੰਮ੍ਰਿਤ ਪਰੋਸ ਕੇ ਲੋਕਾਂ ਨੂੰ ਬਾਣੀ ਰੂਪ ਵਿੱਚ, ਰਹਿਮਤ ਰੂਪ ਵਿੱਚ ਵੰਡਿਆ, ਇੱਕ ਭਾਂਡਾ ਮੰਨਿਆ। ਜਦੋਂ ਵੀ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਕਹਿੰਦਾ ਜਦੋਂ ਵੀ ਸਤਿਗੁਰੂ ਜੀ ਕਿਤੇ ਵੀ ਰਹਿਮਤ ਕਰਕੇ ਬਾਣੀ ਉਚਾਰਦੇ ਸਨ ਨਾ, ਤੇ ਭਾਈ ਮਰਦਾਨਾ ਜੀ ਨੂੰ ਪਹਿਲਾਂ ਕਹਿੰਦੇ ਰਬਾਬ ਛੇੜੋ। ਤੇ ਭਾਈ ਮਰਦਾਨਾ ਜੀ ਵੇਖੋ ਕਿੰਨੇ ਮਹਾਨ ਸੰਗੀਤਕਾਰ, ਕਿੰਨੇ ਮਹਾਨ ਸੰਗੀਤਕਾਰ ਸਨ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਹਿਣ ਦੀ ਦੇਰ ਹੋਣੀ ਵੀ ਰਬਾਬ ਛੇੜੋ, ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ, ਤੇ ਜੋ ਰਾਗ, ਜੋ ਤਾਣ, ਜੋ ਸੁਰਾਂ ਆਪਣੀਆਂ ਉਂਗਲਾਂ ਦੇ ਸਿਰ ਤੇ ਭਾਈ ਮਰਦਾਨਾ ਜੀ ਛੇੜਦੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸੇ ਰਾਗ ਵਿੱਚ ਬਾਣੀ ਨੂੰ ਉਚਾਰਦੇ, ਉਸੇ ਰਾਗ ਵਿੱਚ ਪਰੋਸ ਕੇ ਦਿੰਦੇ। ਭਾਂਡਾ ਪਹਿਲਾਂ ਤਿਆਰ ਕੀਤਾ। ਅੱਜ ਵੀ ਜਿਹੜੇ ਗੁਣੀ, ਜਿਹੜੇ ਵਿਦਵਾਨ ਧਰੰਤਰ ਨੇ ਰਾਗ ਦੇ, ਉਹ ਪਹਿਲਾਂ ਆਪਣੇ ਸੰਗੀਤਕ ਸਾਜ਼ਾਂ ਨੂੰ ਹੀ ਪਹਿਲਾਂ ਛੇੜਦੇ ਨੇ, ਪਹਿਲਾਂ ਉਹਨਾਂ ਦੀਆਂ ਸੁਰਾਂ ਲਾਪਦੇ ਨੇ। ਭਾਵ ਪਹਿਲਾਂ ਭਾਂਡਾ ਤਿਆਰ ਕੀਤਾ ਜਾਂਦਾ ਹੈ, ਫਿਰ ਉਹਦੇ ਵਿੱਚ ਸ਼ਬਦ ਪਾਇਆ ਜਾਂਦਾ ਹੈ, ਉਹਦੇ ਵਿੱਚ ਵਸਤੂ ਪਾਈ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਜਦੋਂ ਅਸੀਂ ਦਰਸ਼ਨ ਕਰਾਂਗੇ, ਸ਼ਬਦ ਬਾਅਦ ਵਿੱਚੋਂ ਪਹਿਲਾਂ ਰਾਗ ਦਾ ਜ਼ਿਕਰ ਹੈ। ਰਾਗ ਸ੍ਰੀ ਰਾਗ, ਰਾਗ ਗੌੜੀ, ਰਾਗ ਮਾਝ, ਰਾਗ ਪਹਿਲਾਂ ਰੱਖਿਆ ਕਿਉਂਕਿ ਪਹਿਲਾਂ ਭਾਂਡਾ ਹੈ, ਫਿਰ ਦਾਤ ਟਿਕਦੀ ਹੈ, ਫਿਰ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੀ ਅੰਮ੍ਰਿਤ ਰੂਪੀ ਬਾਣੀ ਦਾ ਭੋਜਨ ਸਾਨੂੰ ਦਿੱਤਾ, ਪਹਿਲਾਂ ਰਾਗ ਤਿਆਰ ਕੀਤਾ। ਤੇ ਉਸੇ ਰਾਗਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ, ਰਹਿਮਤਾਂ ਸਦਕਾ ਇਸ ਪਾਵਨ ਅਸਥਾਨ ਤੇ ਲਗਾਤਾਰ ਉਸ ਪਰਪਾਟੀ ਨੂੰ ਉਸੇ ਤਰ੍ਹਾਂ ਨਿਰੰਤਰ ਤੋਰਿਆ ਜਾ ਰਿਹਾ ਹੈ। ਇਸ ਯਤਨ ਕਰਕੇ, ਇਸ ਉਮੀਦ ਨਾਲ, ਇਸ ਇੱਛਾ ਨਾਲ ਕਿ ਇਹ ਸਾਡੇ ਗੁਰਮਤਿ ਦੇ ਰਾਗ ਹਨ, ਇਹ ਗੁਰਮਤਿ ਦੇ ਸਾਜ਼ ਹਨ, ਇਹ ਕਿਤੇ ਅਲੋਪ ਨਾ ਹੋ ਜਾਣ। ਕਿਉਂਕਿ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਸਮੇਂ ਦੀ ਤੀਬਰਤਾ ਐਸੀ ਹੈ ਕਿ ਇਹ ਬਹੁਤ ਕੁਝ ਆਪਣੇ ਨਾਲ ਨਵਾਂ ਲੈ ਕੇ ਆਉਂਦਾ ਹੈ ਤੇ ਬਹੁਤ ਕੁਝ ਸਾਡਾ ਪੁਰਾਣਾ ਲੈ ਜਾਂਦਾ ਹੈ। ਪਰ ਇਹ ਵੀ ਅਸਲੀਅਤ ਹੈ, ਕੁਝ ਛੱਡਣਾ ਪੈਂਦਾ ਤੇ ਕੁਝ ਗ੍ਰਹਿਣ ਕਰਨਾ ਪੈਂਦਾ ਤੇ ਕੁਝ ਨਾਲ ਸਦਾ ਜੁੜੇ ਰਹਿਣਾ ਪੈਂਦਾ। ਇਸ ਤਰ੍ਹਾਂ ਇਹ ਸਾਡਾ ਰਾਗ, ਸਾਡਾ ਸੰਗੀਤ ਗੁਰਮਤਿ ਦਾ ਸੰਗੀਤ ਹੈ, ਗੁਰਮਤਿ ਦੇ ਰਾਗ ਹਨ ਜਿਨ੍ਹਾਂ ਨੂੰ ਅਸੀਂ ਛੱਡ ਨਹੀਂ ਸਕਦੇ। ਠੀਕ ਹੈ, ਇਹ ਅਲੋਪ ਹੋਏ, ਇਹਨਾਂ ਦੀ ਪ੍ਰਚਲਨ ਘਟਿਆ, ਪਰ ਇਸ ਪਾਵਨ ਸਥਾਨ ਦੇ ਬਾਨੀ ਮਹਾਂਪੁਰਖਾਂ ਨੇ, ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਪਣੀ ਜੀਵਨ ਹਯਾਤੀ ਵਿੱਚ ਰਹਿ ਕਰਕੇ
ਜਦੋਂ ਇਹ ਦੇਖਿਆ, ਉਹਨਾਂ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਜਿਤਨਾ ਸਮਾਂ ਉਹ ਸਰੀਰ ਕਰਕੇ, ਭਾਵੇਂ ਅੱਜ ਵੀ ਉਹ ਮੌਜੂਦ ਨੇ, ਪਰ ਸਰੀਰ ਕਰਕੇ ਜਿੰਨਾ ਚਿਰ ਰਹੇ, ਉਹਨਾਂ ਨਿਰੰਤਰ ਹਰ ਸਾਲ ਇਹ ਸਾਲਾਨਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਰੰਭ ਕਰ ਦਿੱਤਾ। ਜਦੋਂ ਉਹਨਾਂ ਪਹਿਲਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਰੰਭ ਕੀਤਾ ਸੀ ਨਾ, ਕੋਈ ਐਸੀ ਮਨਸ਼ਾ ਨਹੀਂ ਸੀ, ਸਿਰਫ ਇਹ ਸੀ ਵੀ ਇੱਕ ਵਾਰੀ ਲੋਕ ਭੁੱਲ ਚੁੱਕੇ ਨੇ ਤੇ ਲੋਕਾਂ ਨੂੰ ਯਾਦ ਕਰਵਾਇਆ ਜਾਏ ਵੀ ਗੁਰਮਤਿ ਦੇ ਸਾਜ਼ ਕਿਹੜੇ ਨੇ ਤੇ ਗੁਰਮਤਿ ਦੇ ਰਾਗ ਕਿਹੜੇ ਨੇ। ਉਹ 91 ਦਾ ਸੰਮੇਲਨ ਇੱਕ ਵਾਰੀ ਬਾਬਾ ਜੀ ਨੇ, ਮਹਾਂਪੁਰਖਾਂ ਨੇ ਕਰਵਾਇਆ ਸੀ ਲੋਕਾਂ ਨੂੰ ਯਾਦ ਕਰਾਉਣ ਵਾਸਤੇ, ਪਰ ਐਸੀ ਗੁਰੂ ਦੀ ਕਲਾ ਵਰਤੀ ਕਿ ਉਸ ਸਮੇਂ ਤੋਂ ਹੀ ਇਹ ਪ੍ਰਣ ਬਣ ਗਿਆ ਵੀ ਹੁਣ ਇੱਕ ਵਾਰੀ ਨਹੀਂ, ਇਹ ਸਾਲ ਭਰ ਸਾਲ ਹੀ ਕਰਾਉਣਾ ਹੈ, ਤਾਂ ਜੋ ਲੋਕ ਜੁੜੇ ਰਹਿਣ ਤੇ ਨਿਰੰਤਰ ਹੀ ਉਸਨਾਂ ਮਹਾਂਪੁਰਖਾਂ ਦੀ ਉਸੇ ਜ਼ਿੰਮੇਵਾਰੀ ਨੂੰ ਬੜੇ ਬਾਖੂਬੀ ਢੰਗ ਦੇ ਨਾਲ ਅਤੀ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਉਸੇ ਸੇਵਾ ਨੂੰ, ਉਸੇ ਜ਼ਿੰਮੇਵਾਰੀ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਸੰਗਤ ਦੇ ਸਹਿਯੋਗ ਦੇ ਨਾਲ ਨਿਭਾ ਰਹੇ ਨੇ। ਆਪ ਸਮੂਹ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅੱਜ ਉਹਨਾਂ ਹੀ ਮਹਾਨ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹੋ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ਣ। ਆਓ ਆਪਾਂ ਇਹ ਘਟਨਾ ਪੂਰੀ ਕਰ ਦਈਏ ਤਾਂ ਜੋ ਕੋਈ ਸ਼ੰਕਾ ਨਾ ਰਹਿ ਜਾਏ। ਕਹਿਣ ਲੱਗੇ ਜਦੋਂ ਉਹਦੇ ਘਰ ਅੰਦਰ, ਦੀਵਾਨ ਦੇ ਘਰ ਅੰਦਰ ਪੁੱਤਰ ਪੈਦਾ ਹੋਇਆ ਨਾ, ਤੇ ਉਮਰਾਵ ਨੇ ਕਿਹਾ, ਬਾਦਸ਼ਾਹ ਨੇ ਕਿਹਾ ਵੀ ਸਾਰੀਆਂ ਖਲਾਸੀਆਂ ਕਰ ਦਿਓ, ਜੋ ਤਾਲੇ ਜਿੱਥੇ ਲਾਏ ਨੇ, ਮਾਲ ਅਸਬਾਬ ਜਿਹੜਾ ਜਮ੍ਹਾਂ ਕੀਤਾ ਹੈ, ਉਹ ਸਾਰਾ ਉਹਨਾਂ ਦਾ ਵਾਪਸ ਮੋੜ ਦੇਵੋ। ਬਾਦਸ਼ਾਹ ਜਬ ਸੁਨਬੋ ਕੀਨ, ਕਰੋ ਖਲਾਸੀ ਆਇਸ ਦੀਨ। ਕਹਿਣ ਲੱਗੇ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਤੇ ਉਹਨੇ ਉਸੇ ਵਕਤ ਇਹ ਕਹਿ ਦਿੱਤਾ, ਹੁਕਮ ਛੇੜ ਦਿੱਤਾ ਵੀ ਇਹਨਾਂ ਦੇ ਸਾਰੇ ਮਾਲ ਅਸਬਾਬ ਦੀ ਖਲਾਸੀ ਕਰ ਦਿਓ, ਭਾਵ ਸਾਰਾ ਕੁਝ ਇਹਨਾਂ ਨੂੰ ਸੌਂਪ ਦੇਵੋ। ਸਪਤ ਭਗਣ ਮਹਿ ਕਹਿ ਤਿਸ ਕਾਲਾ, ਧਨ ਮਰਦ ਕੀ ਸ਼ਮਸ਼ ਬਿਸਾਲਾ। ਉਹ ਧੀ ਕਹਿੰਦੀ, ਸਤਿਗੁਰੂ ਜੀ ਅਸੀਂ ਨਿੱਕੀਆਂ ਛੋਟੀ ਉਮਰ ਦੀਆਂ ਸਾਂ, ਸਾਡੀ ਮਾਤਾ, ਸਾਡੇ ਆਂਢ ਗੁਆਂਢ ਦੀਆਂ ਔਰਤਾਂ ਉਸ ਵਕਤ ਮੇਰੇ ਭਰਾ ਦੀ ਆਮਦ ਤੇ ਕਹਿਣ ਲੱਗੀਆਂ, ਇਹ ਧਨ ਯੋਗ, ਧਨ ਭਾਗਾਂ ਵਾਲਾ ਮਰਦ ਹੈ ਜਿਹੜਾ ਘਰ ਵਿੱਚ ਆਇਆ ਤੇ ਇਹਨੇ ਸਾਡੀ ਬੰਦ ਖਲਾਸੀ ਕਰਾ ਦਿੱਤੀ। ਇਹਦੇ ਆਉਣ ਦੇ ਨਾਲ ਸਾਡੇ ਤਾਲੇ ਖੁੱਲ ਗਏ ਨੇ, ਇਹ ਬੜਾ ਭਾਗਾਂ ਵਾਲਾ ਮਰਦ ਹੈ। ਕਹਿਣ ਲੱਗੇ ਮੇਰੇ ਮਨ ਵਿੱਚ ਉਸ ਦਿਨ ਤੋਂ ਮਰਦ ਪ੍ਰਤੀ ਬੜਾ ਸਤਿਕਾਰ ਬਣ ਗਿਆ ਕਿ ਇੱਕ ਛੋਟੇ ਜਿਹੇ ਬੱਚੇ ਦੇ ਆਉਣ ਕਰਕੇ ਇੱਕ ਬਾਦਸ਼ਾਹ ਨੇ, ਜਿਹਨੇ ਸਾਡੇ ਘਰ ਦੇ ਬੂਹੇ ਬੰਦ ਕਰ ਦਿੱਤੇ ਸਨ, ਕਿਉਂਕਿ ਇਹ ਪਰੰਪਰਾ ਸੀ ਸਿੱਖ ਰਾਜ ਵੇਲੇ ਵੀ ਰਹੀ। ਬਹੁਤਾ ਕੋਈ ਲੰਮਾ ਸਮਾਂ ਦੂਰ ਨਾ ਜਾਈਏ, ਜਦੋਂ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ ਦੀ ਧਰਤੀ ਤੇ ਸੀ ਤੇ ਜਦੋਂ ਅੰਗਰੇਜ਼ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਦੱਬਦੇ ਸਨ, ਉਹਨਾਂ ਦੀ ਪਹਿਲੀ ਸ਼ਰਤ ਇਹ ਸੀ ਵੀ ਜਿਸ ਰਿਆਸਤ ਦਾ ਰਾਜਾ ਹੁਣ ਕੋਈ ਹੈ, ਜੇ ਉਹ ਮਰ ਜਾਏ ਤੇ ਉਹਦੇ ਘਰ ਅੱਗੇ ਉਹਦਾ ਕੋਈ ਵਾਲੀ ਵਾਰਸ ਪੁੱਤਰ ਨਾ ਹੋਵੇ ਤੇ ਉਹਦੀ ਰਿਆਸਤ ਨੂੰ ਬਿਨਾਂ ਸ਼ਰਤ ਦੱਬ ਲੈਂਦੇ ਸਨ ਰਾਜੇ, ਅੰਗਰੇਜ਼ ਦੱਬ ਲੈਂਦੇ ਸਨ। ਔਰਤ ਲੜਕੀ ਪੈਦਾ ਹੋ ਜਾਂਦੀ ਸੀ ਤੇ ਉਹਨੂੰ ਰਾਜ ਭਾਗ ਦਾ ਹੱਕਦਾਰ ਨਹੀਂ ਸੀ ਮੰਨਿਆ ਜਾਂਦਾ। ਜੇ ਪੁੱਤਰ ਪੈਦਾ ਹੁੰਦਾ ਤੇ ਤਾਂ ਉਹਦੀ ਰਿਆਸਤ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚੱਲਦੀ ਸੀ, ਨਹੀਂ ਤੇ ਜਿਸ ਘਰ ਅੰਦਰ, ਜਿਸ ਰਾਜ ਭਾਗ ਅੰਦਰ ਪੁੱਤਰ ਪੈਦਾ ਨਹੀਂ ਸੀ ਹੁੰਦਾ, ਬਿਨਾਂ ਸ਼ਰਤੋਂ ਉਹਦਾ ਰਾਜ ਭਾਗ ਖੋਹ ਲਿਆ ਜਾਂਦਾ ਸੀ। ਝਾਂਸੀ ਦੀ ਰਾਣੀ ਅੰਗਰੇਜ਼ਾਂ ਨਾਲ ਲੜੀ, ਉਹ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਉਹਦੇ ਘਰ ਉਹਦਾ ਘਰ ਵਾਲਾ ਮਰ ਗਿਆ, ਉਹਦਾ ਪੁੱਤਰ, ਉਹਦੇ ਕੋਲ ਕੋਈ ਔਲਾਦ ਨਹੀਂ ਸੀ ਤੇ ਉਹਨੇ ਇੱਕ ਗੋਦ ਲੈ ਲਿਆ ਪੁੱਤਰ, ਤੇ ਅੰਗਰੇਜ਼ਾਂ ਨੇ ਗੱਲ ਇਹ ਸ਼ਰਤ ਨਾ ਮੰਨੀ ਵੀ ਗੋਦ ਲਿਆ ਪੁੱਤਰ ਵੀ ਤੇਰੀ ਰਿਆਸਤ ਦਾ ਮਾਲਕ ਨਹੀਂ ਬਣ ਸਕਦਾ। ਜੇ ਕੋਈ ਤੇਰੇ ਪੇਟੋਂ ਜੰਮਿਆ ਪੁੱਤਰ ਹੈ ਉਹ ਤੇਰੀ ਰਿਆਸਤ ਮਾਣ ਸਕਦਾ ਹੈ, ਨਹੀਂ ਤੇ ਅੰਗਰੇਜ਼ੀ ਰਾਜ ਵਿੱਚ ਸਾਰੀਆਂ ਇਹ ਰਿਆਸਤਾਂ ਸ਼ਾਮਲ ਹੋ ਜਾਣਗੀਆਂ। ਇਹਦਾ ਭਾਵ ਇਹ ਹੈ, ਇਹਦੇ 'ਚ ਕੋਈ ਇਹ ਨਹੀਂ ਵੀ ਮਰਦ ਨੂੰ ਵਡਿਆਇਆ ਤੇ ਔਰਤ ਨੂੰ ਇਹਦੇ ਵਿੱਚ ਨੀਵਾਂ ਵਿਖਾਇਆ। ਇੱਕ ਸੰਸਾਰ ਜਗਤ ਦੇ ਅੰਦਰ ਤੁਰਨ ਵਾਲੀ ਜੋ ਰੀਤ ਹੈ, ਸੰਸਾਰ ਨੂੰ ਚਲਾਉਣ ਵਾਸਤੇ ਰੱਬ ਨੇ ਮਰਦ ਤੇ ਔਰਤ ਨੂੰ ਬਣਾਇਆ ਹੈ। ਇੱਕ ਨੂੰ ਤੇ ਅਗਾਂਹ ਹੋ ਕਰਕੇ ਤੁਰਨਾ ਪੈਂਦਾ, ਇੱਕ ਨੂੰ ਤਾਂ ਜ਼ਿੰਮੇਵਾਰੀ ਸਮਝਣੀ ਪੈਂਦੀ ਹੈ, ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਤੇ ਇਹ ਬਹੁਤ ਲੰਮੇ ਸਮੇਂ ਤੋਂ, ਚਿਰੰਕਾਲ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ। ਠੀਕ ਹੈ, ਦੂਸ਼ਣ ਵੀ ਹੋ ਜਾਂਦੇ ਨੇ, ਇਹ ਵੀ ਆਖਿਆ ਜਾਂਦੇ ਆ ਰਿਹਾ ਵੀ ਇਹ ਮਰਦ ਪ੍ਰਧਾਨ ਦੇਸ਼ ਹੈ, ਕਿਉਂਕਿ ਜਿੱਥੇ ਕਿਸੇ ਨੂੰ ਜ਼ਿੰਮੇਵਾਰੀ ਮਿਲ ਜਾਏ, ਜਦੋਂ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਵੇ ਫਿਰ ਦੋਸ਼ ਵੀ ਲੱਗਦੇ ਨੇ। ਪਰ ਇਹ ਵੀ ਹਕੀਕਤ ਹੈ ਵੀ ਜਿਸ ਘਰ ਅੰਦਰ ਮਰਦ ਨਹੀਂ, ਉਹ ਘਰ ਦੇ ਅੰਦਰ
ਕਿਸੇ ਤਰ੍ਹਾਂ ਦੀ ਕੋਈ ਰੌਣਕ ਨਹੀਂ, ਕਿਸੇ ਤਰ੍ਹਾਂ ਦਾ ਉਹਦੇ ਅੰਦਰ ਕੋਈ ਭੈ ਅਦਬ ਨਹੀਂ। ਇਸ ਕਰਕੇ ਮਰਦ ਦੀ ਪ੍ਰਧਾਨਤਾ ਰਹੀ ਹੈ। ਤੇ ਉਹ ਔਰਤ ਕਹਿਣ ਲੱਗੀ, ਉਹ ਬੀਬੀ ਕਹਿਣ ਲੱਗੀ, ਸਤਿਗੁਰੂ ਜੀ ਜਿਸ ਦਿਨ ਮੇਰੇ ਘਰ ਅੰਦਰ ਨਿੱਕੇ ਜਿਹੇ ਬੱਚੇ ਨੇ ਜਨਮ ਲਿਆ, ਸਾਨੂੰ ਪਤਾ ਲੱਗਾ, ਉਸੇ ਦਿਨ ਸਾਡੇ ਦਰਵਾਜ਼ੇ ਖੁੱਲ ਗਏ, ਚੌਂਕੀ ਉੱਠ ਗਈ, ਤਾਂ ਮੇਰੇ ਮਨ ਵਿੱਚ ਮਰਦ ਪ੍ਰਤੀ ਬੜਾ ਸਤਿਕਾਰ ਪੈਦਾ ਹੋ ਗਿਆ। ਸਭ ਪਰਿਵਾਰ ਛੁਟਿਓ ਜਿਸ ਪਾਛੇ, ਇਸ ਤੇ ਅਪਰ ਨਹੀਂ ਕੋ ਆਛੇ। ਕਹਿਣ ਲੱਗੀ ਵੀ ਜਿਹਦੇ ਕਰਕੇ ਸਾਡਾ ਸਾਰਾ ਪਰਿਵਾਰ ਹੀ ਛੁੱਟ ਗਿਆ ਹੋਵੇ, ਉਹਦੇ ਤੋਂ ਚੰਗਾ ਹੋਰ ਕਿਵੇਂ ਕੋਈ ਹੋ ਸਕਦਾ ਹੈ। ਉਸ ਦਿਨ ਤੋਂ ਮੇਰੇ ਅੰਦਰ ਮਨੁੱਖ ਪ੍ਰਤੀ ਸਤਿਕਾਰ ਪੈਦਾ ਹੋ ਗਿਆ, ਮਰਦ ਪ੍ਰਤੀ ਸਤਿਕਾਰ ਪੈਦਾ ਹੋ ਗਿਆ। ਤੇ ਮੈਂ ਕਦੀ ਆਪਣੇ ਭਰਾ ਦਾ ਮੁਖੜਾ ਨਹੀਂ ਫਟਕਾਰਿਆ। ਫਿਰ ਮੈਂ ਪਤੀ ਵਾਲੀ ਬਣੀ ਤੇ ਕਦੀ ਆਪਣੇ ਪਤੀ ਦਾ ਮੁਖੜਾ ਨਹੀਂ ਫਟਕਾਰਿਆ। ਪੁੱਤਾਂ ਵਾਲੀ ਹੋਈ ਤੇ ਕਦੀ ਆਪਣੇ ਪੁੱਤ ਦਾ ਮੁਖੜਾ ਨਹੀਂ ਫਟਕਾਰਿਆ, ਕਿਉਂਕਿ ਮੈਨੂੰ ਪਤਾ ਲੱਗਿਆ ਵੀ ਮਰਦ ਦੀ ਅਹਿਮੀਅਤ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਇਹ ਗੱਲ ਕਹੀ, ਜਿੱਥੇ ਜਿਸ ਚੀਜ਼ ਦੀ ਮਹਾਨਤਾ ਹੈ, ਉੱਥੇ ਗੁਰਦੇਵ ਪਿਤਾ ਮਹਾਰਾਜ ਕਦੀ ਵੀ ਉਸ ਗੱਲ ਤੋਂ ਇਨਕਾਰੀ ਨਹੀਂ ਹੋਏ। ਜੋ ਸਮਾਜ ਦੀ ਪ੍ਰਧਾਨਤਾ ਵੀ ਰਹੀ, ਸਤਿਗੁਰਾਂ ਨੇ ਤਾਂ ਹੀ ਇਹ ਬਚਨ ਕਹੇ, ਪੁੱਤੀ ਗੰਢ ਪਵੈ ਸੰਸਾਰ, ਕਿਉਂਕਿ ਸੰਸਾਰ ਦੀ ਗੰਢ ਪੁੱਤਾਂ ਨਾਲ ਹੀ ਪੈਂਦੀ ਹੈ। ਇਹਨੇ ਵੀ ਧੀਆਂ ਮਾੜੀਆਂ ਨੇ ਜਾਂ ਧੀਆਂ ਬੁਰੀਆਂ ਨੇ, ਧੀਆਂ ਪੁੱਤਾਂ ਨਾਲੋਂ ਵੀ ਪਿਆਰੀਆਂ ਨੇ, ਪਰ ਇੱਕ ਸੰਸਾਰ ਦੀ ਜੋ ਮਰਿਆਦਾ, ਸਮਾਜ ਦਾ ਜੋ ਪ੍ਰਚਲਨ ਬਣਿਆ ਹੋਇਆ, ਉਹਦੇ ਤੋਂ ਵੀ ਅਸੀਂ ਇਨਕਾਰੀ ਨਹੀਂ ਹੋ ਸਕਦੇ। ਇਸ ਕਰਕੇ ਇਹ ਬੀਬੀ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਸਾਰੀ ਸਾਖੀ ਸੁਣਾਈ ਕਿ ਇੱਕ ਬੱਚੇ ਦੇ, ਇੱਕ ਮਰਦ ਦੇ ਆਉਣ ਕਰਕੇ ਸਾਡੇ ਘਰ ਦੀ ਖਲਾਸੀ ਹੋ ਗਈ। ਮੈਂ ਉਸ ਦਿਨ ਤੋਂ ਬਾਅਦ ਕਦੀ ਮਰਦ ਨੂੰ ਮਾੜਾ ਨਹੀਂ ਕਿਹਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਸ਼ਾਬਾਸ਼ ਦਿੰਦੇ ਨੇ। ਸਭਾ ਲੱਗੀ ਹੋਈ ਹੈ, ਕਿਵੇਂ ਹੋਰ ਸਿੱਖ ਸੰਗਤਾਂ, ਵਪਾਰੀ ਲੋਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ। ਇਹ ਸਾਰਾ ਇਤਿਹਾਸ ਆਪ ਜੀ ਗੁਰੂ ਕਿਰਪਾ ਸਦਕਾ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰੋਗੇ। ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਇਤਿਹਾਸ ਕਹਿੰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਜੀ। ਅੰਤ ਫਤਿਹ ਦੀ ਸਾਂਝ ਕਰੋ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ